ਸਤਿ ਸ਼੍ਰੀ ਅਕਾਲ ਬੱਚਿਓ। ਅੱਜ ਅਸੀਂ 6 ਛੱਲਾਂ ਇਕਾਂਗੀ ਸੰਗ੍ਰਹਿ ਵਿੱਚੋਂ ਪਹਿਲਾ ਇਕਾਂਗੀ ਦੁਲਹਨ ਪੜ੍ਹਾਂਗੇ, ਜਿਸ ਦੇ ਲੇਖਕ ਹਨ ਈਸ਼ਵਰ ਚੰਦਰ ਨੰਦਾ ਜੀ, ਜਿਨ੍ਹਾਂ ਨੂੰ ਮੰਚਮੁੱਖ ਪੰਜਾਬੀ ਨਾਟਕ ਦਾ ਜਨਮਦਾਤਾ ਵੀ ਕਿਹਾ ਜਾਂਦਾ ਹੈ। ਈਸ਼ਵਰ ਚੰਦਰ ਨੰਦਾ ਜੀ ਨੇ ਬਹੁਤ ਸਾਰੇ ਨਾਟਕ ਲਿਖੇ, ਜਿਨ੍ਹਾਂ ਵਿੱਚੋਂ ਪ੍ਰਸਿੱਧ ਵੱਡੇ ਨਾਟਕ ਸੁਭਦਰਾ ਅਤੇ ਵਰ ਘਰ ਹਨ। ਇਸੇ ਤਰ੍ਹਾਂ ਉਹਨਾਂ ਨੇ ਪ੍ਰਸਿੱਧ ਇਕਾਂਗੀ ਵੀ ਸਾਨੂੰ ਦਿੱਤੇ ਹਨ, ਜਿਨ੍ਹਾਂ ਵਿੱਚ ਦੁਲਹਨ, ਜਿਸ ਨੂੰ ਅੱਜ ਅਸੀਂ ਪੜ੍ਹਾਂਗੇ, ਇਹਨੂੰ ਸੁਹਾਗ ਦੇ ਨਾਮ ਨਾਲ ਵੀ ਜਾਣਦੇ ਹਾਂ, ਅਤੇ ਇਸ ਤੋਂ ਬਿਨਾਂ ਬੇਬੇ ਰਾਮ ਭਜਨੀ ਅਤੇ ਬੇਈਮਾਨ ਉਹਨਾਂ ਦੇ ਪ੍ਰਸਿੱਧ ਇਕਾਂਗੀ ਹਨ। ਅਗਰ ਅਸੀਂ ਈਸ਼ਵਰ ਚੰਦਰ ਨੰਦਾ ਜੀ ਦੇ ਨਾਟਕਾਂ ਨੂੰ ਪੜ੍ਹੀਏ ਤਾਂ ਉਹਨਾਂ ਨੇ ਜਿਨ੍ਹਾਂ ਵਿਸ਼ਿਆਂ ਨੂੰ ਛੋਹਿਆ ਹੈ, ਉਹਨਾਂ ਵਿੱਚ ਬਾਲ ਵਿਆਹ, ਬੇਮੇਲ ਵਿਆਹ, ਮਨਮਰਜ਼ੀ ਦਾ ਵਿਆਹ, ਵਿਧਵਾ ਵਿਆਹ ਆਦਿ ਵਿਸ਼ੇ ਉਹਨਾਂ ਨੇ ਲਏ। ਬੱਚਿਓ, ਜਦੋਂ ਅਸੀਂ ਇਕਾਂਗੀ ਨੂੰ ਆਪਣੀ ਜਮਾਤ ਵਿੱਚ ਕਰਦੇ ਹਾਂ ਤਾਂ ਉਸ ਵੇਲੇ ਪੜ੍ਹਨ ਨਾਲੋਂ ਵਧੇਰੇ ਤਰਜੀਹ ਅਸੀਂ ਇਸ ਗੱਲ ਨੂੰ ਦਿੰਦੇ ਹਾਂ ਕਿ ਇਕਾਂਗੀ ਦੇ ਪਾਤਰਾਂ ਨੂੰ ਵਿਦਿਆਰਥੀਆਂ ਦੇ ਵਿੱਚ ਵੰਡਿਆ ਜਾਵੇ। ਭਾਵ ਵਿਦਿਆਰਥੀ ਇਕਾਂਗੀ ਵਿਚਲੇ ਪਾਤਰਾਂ ਦਾ ਰੋਲ ਨਿਭਾਉਂਦੇ, ਅਤੇ ਜਿਸ ਤਰ੍ਹਾਂ ਇਕਾਂਗੀਕਾਰ ਨੇ ਲਿਖਿਆ ਹੁੰਦਾ, ਹਰ ਪਾਤਰ ਉਸੇ ਤਰੀਕੇ ਦੇ ਨਾਲ ਵਾਰਤਾਲਾਪ ਕਰਦਾ, ਜਿਸ ਦੇ ਨਾਲ ਰੋਲ ਨਿਭਾਉਣ ਵਾਲਿਆਂ ਨੂੰ ਅਤੇ ਉਸ ਨਾਟਕ ਨੂੰ ਦੇਖਣ ਵਾਲਿਆਂ ਨੂੰ ਇਕਾਂਗੀ ਵਧੇਰੇ ਰੌਚਕ ਮਹਿਸੂਸ ਹੁੰਦਾ, ਅਤੇ ਜੋ ਕਿਰਦਾਰ ਨਿਭਾਉਂਦੇ ਆ, ਵਾਰਤਾਲਾਪ ਕਰਦੇ ਆ, ਉਹ ਉਹਨਾਂ ਪਾਤਰਾਂ ਦੇ ਵਧੇਰੇ ਨਜ਼ਦੀਕ ਜਾ ਪਾਉਂਦੇ ਆ, ਅਤੇ ਦੇਖਣ ਵਾਲਿਆਂ ਨੂੰ ਵੀ ਉਹ ਪਾਤਰਾਂ ਦਾ ਵਧੇਰੇ ਗਿਆਨ ਮਿਲਦਾ। ਬੱਚਿਓ, ਇਸ ਇਕਾਂਗੀ ਦੇ ਵਿੱਚ ਜਿੰਨੇ ਵੀ ਪਾਤਰ ਆ, ਉਹਨਾਂ ਨੂੰ ਤੁਸੀਂ ਉਹਨਾਂ ਦੀ ਵਾਰਤਾਲਾਪ ਨੂੰ ਧਿਆਨ ਦੇ ਨਾਲ ਸੁਣਨਾ, ਕਿਉਂਕਿ ਇਸ ਇਕਾਂਗੀ ਸੰਗ੍ਰਹਿ ਵਿੱਚੋਂ ਤੁਹਾਨੂੰ ਪੇਪਰ ਦੇ ਵਿੱਚ ਪਾਤਰ ਚਿੱਤਰਣ ਪੁੱਛਿਆ ਜਾਏਗਾ, ਸੰਖੇਪ ਉੱਤਰਾਂ ਵਾਲੇ ਪ੍ਰਸ਼ਨ ਵੀ ਆਉਣਗੇ ਅਤੇ ਸਾਰ ਵੀ ਆਏਗਾ। ਇਸ ਕਰਕੇ ਤੁਸੀਂ ਇਹਨਾਂ ਪ੍ਰਸ਼ਨਾਂ ਨੂੰ ਧਿਆਨ ਵਿੱਚ ਰੱਖ ਕੇ ਹਰੇਕ ਪਾਤਰ ਦੇ ਵਾਰਤਾਲਾਪ ਨੂੰ ਸਮਝ ਕੇ ਉਹਦਾ ਪਾਤਰ ਚਿੱਤਰਣ ਕਰਨ ਦੇ ਯੋਗ ਹੋਣਾ। ਸੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਪਾਤਰਾਂ ਤੋਂ ਜਾਣੂ ਹੋ ਲਈਏ। ਇਸ ਇਕਾਂਗੀ ਦੇ ਵਿੱਚ ਸਭ ਤੋਂ ਪਹਿਲਾ ਪਾਤਰ ਲਾਜੋ, 6-7 ਸਾਲਾਂ ਦੀ ਕੁੜੀ। ਮੇਲੋ, ਇਹਦੀ ਵੱਡੀ ਭੈਣ, 17-18 ਸਾਲਾਂ ਦੀ। ਹੁਸ਼ਿਆਰਚੰਦ, ਇਹਨਾਂ ਦਾ ਪਿਓ। ਕੌਰਾਂ, ਇਹਨਾਂ ਦੀ ਮਾਂ। ਬਸੰਤੋ, ਮੇਲੋ ਦੀ ਸਹੇਲੀ। ਇੱਕ ਬੁੱਢੀ ਜਨਾਨੀ, ਇੱਕ ਨੈਣ, ਇੱਕ ਨਿੱਕਾ ਜਿਹਾ ਮੁੰਡਾ, ਇੱਕ ਪਾਂਧਾ। ਇਹ ਪਾਤਰ ਇਸ ਇਕਾਂਗੀ ਦੇ ਵਿੱਚ ਹਨ, ਅਤੇ ਜਿੱਥੇ ਇਹ ਘਟਨਾ ਵਾਪਰਦੀ ਹੈ ਉਹ ਸਥਾਨ ਕਿਹੜਾ ਹੈ? ਪੰਜਾਬ ਦਾ ਇੱਕ ਪਿੰਡ। ਅਤੇ ਸਮਾਂ ਵੇਲਾ ਜਦੋਂ ਇਹ ਘਟਨਾ ਵਾਪਰਦੀ ਹੈ, ਢਲਿਆ ਦਿਨ, ਤਰਕਾਲਾਂ ਹੋਣ ਵਾਲੀਆਂ। ਬੱਚਿਓ, ਇਸ ਇਕਾਂਗੀ ਦਾ ਵਿਸ਼ਾ ਛੋਟੀ ਬੱਚੀ ਦੇ ਵਿਆਹ ਦੇ ਨਾਲ ਸੰਬੰਧਿਤ ਹੈ। ਬੇਜੋੜ ਵਿਆਹ ਦੀ, ਅਣਜੋੜ ਵਿਆਹ ਦੀ ਸਮੱਸਿਆ ਦੇ ਨਾਲ ਸੰਬੰਧਿਤ ਹੈ, ਅਤੇ ਅੰਤ ਵਿੱਚ ਅਣਜੋੜ ਵਿਆਹ ਸਦਕਾ ਇਹ ਇਕਾਂਗੀ ਦੁਖਾਂਤਕ ਹੋ ਨਿਬੜਦਾ। ਇਸ ਇਕਾਂਗੀ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਗਰੀਬੀ ਅਤੇ ਕਰਜ਼ੇ ਦੇ ਵਿੱਚ ਦੱਬੇ ਹੋਏ, ਫਸੇ ਹੋਏ ਮਾਪੇ ਆਪਣੀਆਂ ਧੀਆਂ ਦਾ ਵਿਆਹ, ਅਣਜੋੜ ਵਿਆਹ ਕਰਨ ਦੇ ਲਈ ਮਜਬੂਰ ਹੁੰਦੇ। ਇਹਨਾਂ ਪਾਤਰਾਂ ਨੂੰ ਤੁਸੀਂ ਪੜ੍ਹਨ ਤੋਂ ਬਾਅਦ ਤੁਹਾਨੂੰ ਪਤਾ ਲੱਗ ਗਿਆ ਹੋਏਗਾ ਕਿ ਲਾਜੋ ਅਤੇ ਮੇਲੋ ਦੋਨੋਂ ਆਪਸ ਦੇ ਵਿੱਚ ਭੈਣਾਂ। ਲਾਜੋ ਛੋਟੀ ਹੈ ਅਤੇ ਮੇਲੋ ਵੱਡੀ। ਹੁਸ਼ਿਆਰਚੰਦ ਅਤੇ ਕੌਰਾਂ ਪਤੀ ਪਤਨੀ, ਜੋ ਕਿ ਲਾਜੋ ਅਤੇ ਮੇਲੋ ਦੇ
ਮਾਤਾ ਪਿਤਾ ਹੈ। ਬਸੰਤੋ ਮੇਲੋ ਦੀ ਸਹੇਲੀ ਹੈ ਤੇ ਇਸ ਤੋਂ ਬਿਨਾਂ ਕੁਛ ਹੋਰ ਪਾਤਰ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਝਾਕੀ ਪੜ੍ਹਾਂਗੇ। ਸੀਨ ਜਦੋਂ ਸਟੇਜ ਦੇ ਉੱਤੇ, ਮੰਚ ਦੇ ਉੱਤੇ ਇਕਾਂਗੀ ਨਾਟਕ ਖੇਡੇ ਜਾਂਦੇ ਆ ਤਾਂ ਇੱਕ ਸ਼ੁਰੂ ਵਿੱਚ ਝਾਕੀ ਦਿਖਾਈ ਜਾਂਦੀ ਹੈ, ਜਿਸ ਤੋਂ ਮਾਹੌਲ ਦਾ ਪਤਾ ਲੱਗਦਾ ਹੈ ਕਿ ਪੇਂਡੂ ਹੈ ਜਾਂ ਸ਼ਹਿਰੀ ਹੈ ਜਾਂ ਕੀ ਉੱਥੇ ਹੋ ਰਿਹਾ। ਪੜ੍ਹਦੇ ਹਾਂ। ਪਰਦਾ ਉੱਠਣ ਉੱਤੇ ਇੱਕ ਵੱਡਾ ਸਾਰਾ ਦਲਾਨ ਦਿਸਦਾ ਹੈ। ਬੱਚਿਓ, ਦਲਾਨ ਇੱਕ ਵੱਡਾ ਕਮਰਾ ਹੁੰਦਾ ਹੈ ਜਿਹਨੂੰ ਬੂਹੇ ਜਾਂ ਬਾਰੀਆਂ ਨਹੀਂ ਹੁੰਦੀਆਂ। ਇਹਦੇ ਪਿੱਛੇ ਇੱਕ ਨਿੱਕੀ ਜਿਹੀ ਕੋਠੜੀ ਹੈ। ਕੋਠੜੀ ਦਾ ਬੂਹਾ ਭਿੜਿਆ ਹੋਇਆ ਹੈ। ਦਲਾਨ ਦੀ ਸਾਹਮਣੀ ਕੰਧ ਨਾਲ ਇੱਕ ਸੰਦੂਕ ਪਿਆ ਹੋਇਆ ਹੈ। ਲਾਗੇ ਹੀ ਇੱਕ ਟੰਗਣੇ ਉੱਤੇ ਕੁਝ ਕੱਪੜੇ ਲੱਤੇ ਲਮਕਦੇ ਹਨ। ਦਲਾਨ ਦੇ ਇੱਕ ਖੂੰਜੇ ਵੱਲ ਚੁੱਲ੍ਹਾ ਚੌਂਕਾ ਦਿਸਦਾ ਹੈ। ਇਹਦੇ ਲਾਗੇ ਹੀ ਇੱਕ ਨਿੱਕੀ ਜਿਹੀ ਮੰਜੀ ਡੱਠੀ ਪਈ ਹੈ। ਕੌਰਾਂ, ਜਿਹਦੀ ਉਮਰ ਕੋਈ 35 ਸਾਲ ਦੀ ਲੱਗਦੀ ਹੈ, ਇੱਕ ਪੀੜ੍ਹੀ ਉੱਤੇ ਬੈਠੀ ਚਰਖਾ ਕੱਤਦੀ ਹੈ। ਉਹਦੇ ਨਾਲ ਇੱਕ ਬੁੱਢੀ ਜਨਾਨੀ ਬੈਠੀ ਗੱਲਾਂ ਪਈ ਕਰਦੀ ਹੈ। ਮੇਲੋ ਪਰੇ ਇੱਕ ਪੀੜ੍ਹੀ ਉੱਤੇ ਬੈਠੀ ਫੁਲਕਾਰੀ ਪਈ ਕੱਢਦੀ ਹੈ ਤੇ ਲਾਜੋ ਮੰਜੀ ਉੱਤੇ ਬੈਠੀ ਗੁੱਡੀਆਂ ਨਾਲ ਖੇਡਦੀ ਹੈ। ਤੇ ਕੌਰਾਂ ਤੇ ਬੁੱਢੀ ਆਪਸ ਦੇ ਵਿੱਚ ਵਾਰਤਾਲਾਪ ਕਰਦੀਆਂ। ਕੀ ਵਾਰਤਾਲਾਪ ਕਰਦੀਆਂ? ਕੌਰਾਂ ਬੋਲਦੀ ਹੈ, ਬੇਬੇ ਸੱਚ ਇਹ ਕੀ ਭੈੜਾ ਰਿਵਾਜ ਪੈਂਦਾ ਜਾਂਦਾ ਹੈ। ਲੋਕੀ ਹੁਣ ਕੁੜੀਆਂ ਨੂੰ ਵੱਡਾ ਕਰਕੇ ਵਿਆਹੁੰਦੇ ਨੇ। ਇਹ ਵੇਖਾਂ, ਹੁਣ ਕਰਮੋਂ ਨੇ ਧੀ ਵਿਆਹੀ ਤਾਂ 18 ਵਰਿਆਂ ਦੀ ਕਰਕੇ, ਤੇ ਜੇ ਹੁਣ ਭਾਗਾਂ ਨੇ ਆਪਣੀ ਕੁੜੀ ਦੀ ਕੁੜਮਾਈ ਕੀਤੀ ਏ ਤਾਂ ਕੋਠੇ ਜਿੱਡੀ ਕਰਕੇ। ਬੁੱਢੀ, ਬੁੱਢੀਆਂ ਦਾ ਕੋਈ ਦੋਸ਼ ਨਹੀਂ, ਇਹ ਸਾਰਾ ਕੀੜਾ ਤਾਂ ਮਰਦਾਂ ਦੇ ਸਿਰ ਵਿੱਚ ਏ। ਕੌਰਾਂ, ਪਿਛਲਿਆਂ ਜ਼ਮਾਨਿਆਂ ਵਿੱਚ ਕੁੜੀ 5ਵਾਂ ਟੱਪਦੀ ਨਹੀਂ ਸੀ ਤੇ ਉਹਦਾ ਵਿਆਹ ਕਰ ਦਿੰਦੇ ਸਨ। ਲੈ ਮੈਨੂੰ ਆਪਣੇ ਵਿਆਹ ਦੀ ਕੋਈ ਸਾਰ ਨਹੀਂ ਕਦੋਂ ਹੋਇਆ। ਬੁੱਢੀ, ਭੈਣ ਸਮੇਂ ਹੋਰ ਦੇ ਹੋਰ ਹੋ ਗਏ ਨੇ। ਕਲਯੁਗ ਆ ਗਿਆ ਹੈ, ਕਲਯੁਗ। ਤੀਵੀਆਂ ਦੀ ਤਾਂ ਸੁਣਦਾ ਹੀ ਕੋਈ ਨਹੀਂ। ਮਰਦਾਂ ਦੇ ਜੋ ਮਨ ਆਉਂਦਾ ਏ ਕਰਦੇ ਨੇ। ਮੇਰੀ ਤਾਂ ਉਮਰ ਬੀਤ ਗਈ ਸਿਰ ਖਪਾਉਂਦਿਆਂ ਮਰਦਾਂ ਨਾਲ। ਮੇਰੀ ਪੋਤਰੀ ਦੁਰਗੇ ਨੇ 2 ਮਹੀਨਿਆਂ ਨੂੰ ਪੂਰੇ 5 ਵਰਿਆਂ ਦੀ ਹੋ ਜਾਣਾ ਏ ਤੇ ਮੈਂ ਆਪਣੇ ਵੱਲੋਂ ਉਹਦੇ ਲਈ ਮੁੰਡਾ ਵੀ ਲੱਭ ਰੱਖਿਆ ਹੈ, ਪਰ ਕੁੜੀ ਦਾ ਪਿਓ ਨਹੀਂ ਮੰਨਦਾ। ਕੌਰਾਂ, ਹੋਰ ਤਾਂ ਹੋਰ ਸਾਡੀ ਮੇਲੋ ਨੂੰ ਸੁੱਖ ਨਾਲ 18ਵਾਂ ਚੜ੍ਹਨ ਵਾਲਾ ਏ ਤੇ ਪਿਓ ਉਹਦਾ ਅਜੇ ਤੀਕ ਘੇਸ ਮਾਰੀ ਬੈਠਾ ਹੈ। ਬੁੱਢੀ, ਸੱਚੀ ਪੁੱਛੇ ਤਾਂ ਘੇਸ ਤੂੰ ਆਪ ਮਾਰੀ ਬੈਠੀ ਏ। ਜੇ ਉੱਠਦੇ ਬੈਠਦੇ ਨੂੰ ਆਖਦੀ ਰਵੇਂ ਤਾਂ ਉਹ ਕਿਉਂ ਨਾ ਖਿਆਲ ਰੱਖੇ। ਕੌਰਾਂ, ਮੈਂ ਆਖ ਕੇ ਖੱਪ ਗਈ ਆਂ ਬੇਬੇ, ਪਰ ਉਹਦਾ ਇੱਕੋ ਜਵਾਬ ਏ, ਅੱਜ ਕਰਨੇ ਆ ਕੱਲ੍ਹ ਕਰਨੇ ਆ, ਬਸ ਅੱਜ ਕੱਲ੍ਹ ਕਰਦੇ ਆ ਮੁੱਦਤਾਂ ਲੰਘਾ ਛੱਡੀਆਂ ਸੂ। ਬੁੱਢੀ, ਭੈਣੇ ਜ਼ਮਾਨਾ ਬੁਰਾ ਜਾਂਦਾ ਏ। ਮੇਲੋ ਦਾ ਪਿਓ ਆਉਂਦਾ ਏ ਤਾਂ ਉਹਨੂੰ ਜ਼ੋਰ ਦੇ। ਏਡੀਆਂ ਵਸਣ ਰਸਣ ਜੋਗੀਆਂ ਕੁੜੀਆਂ ਨੂੰ ਘਰ ਕੌਣ ਬਿਠਾ ਛੱਡਦਾ? ਸਿਆਣਿਆਂ ਕਿਹਾ ਏ ਧੀਆਂ ਆਪਣੇ ਸਹੁਰੇ ਹੀ ਸੌਂਦੀਆਂ ਨੇ। ਕੌਰਾਂ, ਬੇਬੇ ਮੇਰੀ ਤਾਂ ਜਾਨ ਸੁੱਕ ਗਈ ਏ ਫਿਕਰ ਨਾਲ। ਰਾਤ ਦਿਨ ਇਹੋ ਹੀ ਚਿੰਤਾ ਲੱਗੀ ਰਹਿੰਦੀ ਹੈ। ਬੁੱਢੀ, ਪਰ ਹਾਲ ਦੀ ਘੜੀ ਤਾਂ ਤੁਸੀਂ ਡੱਕੇ ਗਏ। ਡੱਕੇ ਗਏ ਭਾਵ ਤੁਹਾਨੂੰ ਰੁਕਣਾ ਪਏਗਾ। ਕੀ ਕਾਰਨ ਦੱਸਦੀ ਏ? ਪੰਡਤਾਣੀ ਗੱਲ ਕਰਦੀ ਸੀ ਵੀ ਕੱਲ੍ਹ ਤੋਂ ਸਿੰਗਤ ਪੈ ਜਾਣੀ ਹੈ। ਸਿੰਗਤ ਬੱਚਿਓ ਮਾੜੇ ਸਮੇਂ ਨੂੰ ਕਿਹਾ ਜਾਂਦਾ, ਅਸ਼ੁਭ ਸਮਾਂ ਮੰਨਿਆ ਜਾਂਦਾ। ਸਿੰਗਤ ਹਿੰਦੂ ਮਰਿਆਦਾ ਦੇ ਅਨੁਸਾਰ ਜਦੋਂ ਗ੍ਰਹਿ ਦੇ ਵਿੱਚ ਬ੍ਰਹਸਪਤ ਗ੍ਰਹਿ ਬੈਠ ਜਾਂਦਾ ਤਾਂ ਫਿਰ ਕੋਈ ਵੀ ਸ਼ੁਭ ਕਾਰਜ ਕਰਨਾ ਨਹੀਂ ਚਾਹੀਦਾ, ਕਿਉਂਕਿ ਅਸ਼ੁਭ ਦਿਨ ਸ਼ੁਰੂ ਹੁੰਦੇ ਆ, ਇਸ ਕਰਕੇ ਕੰਮ ਸਿਰੇ ਨਹੀਂ ਚੜ੍ਹਦਾ, ਇਹ ਮੰਨਿਆ ਜਾਂਦਾ ਹੈ। ਕੌਰਾਂ, ਮੈਨੂੰ ਤਾਂ ਕੁਝ ਔੜਦਾ ਨਹੀਂ ਵੀ ਕੀ ਕਰਾਂ। ਉਹਨੂੰ ਮੈਂ ਕਈ ਵਾਰ ਕਹਿ ਚੁੱਕੀ ਹਾਂ, ਸੁਣ ਕੇ ਹੂੰ ਹਾਂ ਕਰ ਛੱਡਦਾ। ਗੱਲਾਂ ਬਥੇਰੀਆਂ ਕਰਦਾ ਹੈ ਪਰ ਬਣਾਉਂਦਾ ਕੁਝ ਨਹੀਂ। ਬੁੱਢੀ, ਚੰਗਾ ਫਿਰ ਜਦੋਂ ਮੈਨੂੰ ਮਿਲੇਗਾ ਤੇ ਮੈਂ ਉਹਦੇ ਕੰਨ ਚੰਗੀ ਤਰ੍ਹਾਂ ਖੋਲਾਂਗੀ। ਬਾਹਰੋਂ ਪੈਰਾਂ ਦੀ ਖੜਕਾਰ ਸੁਣਾਈ ਦਿੰਦੀ ਹੈ। ਹੁਣ ਜਦੋਂ ਦੋਨੋਂ ਆਪਸ ਵਿੱਚ ਵਾਰਤਾਲਾਪ ਕਰ ਰਹੀਆਂ ਤਾਂ ਬਾਹਰੋਂ ਕਿਸੇ ਦੇ ਆਉਣ ਦੀ ਭਣਕ ਲੱਗਦੀ ਹੈ। ਕੌਰਾਂ, ਲੈ ਭਾਵੇਂ ਉਹ ਹੀ ਆਇਆ ਈ, ਹੁਣੇ ਤੂੰ ਉਹਨੂੰ ਕਹੇ ਤਾਂ ਮੈਂ ਵੀ ਨਾਲ ਲੱਗਦੀ ਹਾਂ। ਹੁਣ ਕੌਰਾਂ ਚਾਹੁੰਦੀ ਹੈ ਕਿ ਬੇਬੇ ਹੁਣੇ ਹੀ ਗੱਲ ਛੇੜੇ ਤਾਂ ਕਿ ਦੋਨੋਂ ਰਲ ਕੇ ਹੁਸ਼ਿਆਰਚੰਦ ਨੂੰ ਉਹਦੀ ਧੀ ਦੇ ਵਿਆਹ ਦੇ ਲਈ ਰਾਜੀ ਕਰ ਸਕਣ। ਬੁੱਢੀ, ਨਾ ਨਾ ਭੈਣ, ਇਹ ਵੇਲਾ ਠੀਕ ਨਹੀਂ।
ਕਿਸੇ ਹੋਰ ਦਿਨ ਸਹੀ। ਹੁਣ ਮੈਨੂੰ ਜਾਣ ਦੀ ਕਾਹਲੀ ਏ। ਕਾਕਾ ਉਡੀਕਦਾ ਹੋਵੇਗਾ। ਹੁਸ਼ਿਆਰਚੰਦ ਆਉਂਦਾ ਏ। ਉੱਠ ਕੇ ਤੇ ਚਾਦਰ ਦਾ ਪੱਲਾ ਮੂੰਹ ਉੱਤੇ ਨੀਵਾਂ ਕਰਕੇ, ਲੈ ਭਾਈ ਪੀੜੀ। ਹੁਣ ਜਦੋਂ ਹੁਸ਼ਿਆਰਚੰਦ ਆਉਂਦਾ ਤਾਂ ਬੁੱਢੀ ਉਹਨੂੰ ਪੀੜੀ ਦਿੰਦੀ ਹੈ। ਹੁਸ਼ਿਆਰਚੰਦ, ਬਹਿ ਜਾ ਬੇਬੇ ਬਹਿ ਜਾ, ਏਡੀ ਕਾਹਲੀ ਕਾਹਦੀ ਏ। ਇੱਕ ਨਿੱਕਾ ਜਿਹਾ ਮੁੰਡਾ ਆਉਂਦਾ ਹੈ। ਹੁਣ ਜਦੋਂ ਬੇਬੇ ਉੱਠਦੀ ਹੈ ਤਾਂ ਇੱਕ ਨਿੱਕਾ ਜਿਹਾ ਮੁੰਡਾ ਆਉਂਦਾ। ਮੁੰਡਾ ਕੀ ਕਹਿੰਦਾ ਹੈ, ਦਾਦੀ ਦਾਦੀ ਭਾਈਆ ਸੱਦਦਾ ਏ, ਕਹਿੰਦਾ ਏ ਛੇਤੀ ਆ, ਮੈਂ ਕੰਮ ਜਾਣਾ ਏ। ਬੁੱਢੀ, ਚੱਲ ਪੁੱਤਰ ਮੈਂ ਆਵੇਂ ਕਰਦੀ ਆਂ, ਮੈਂ ਅੱਗੇ ਹੀ ਆਖਿਆ ਸੀ ਭਈ ਸੱਦਦਾ ਹੋਵੇਗਾ। ਬੁੱਢੀ ਤੇ ਮੁੰਡਾ ਚਲੇ ਜਾਂਦੇ ਹਨ। ਕੌਰਾਂ, ਮੇਲੋ ਦਾ ਭਾਈਆ, ਮੈਂ ਤੈਨੂੰ 1000 ਵਾਰੀ ਕੁੜੀ ਵੱਲੋਂ ਆਖਿਆ ਏ ਤੇ ਤੂੰ ਸੁਣ ਸੁਣ ਕੇ ਕੰਨਾਂ ਕੋਲੋਂ ਦੀ ਲੰਘਾ ਛੱਡਦਾ ਏ। ਮੇਲੋ ਨੂੰ ਸੁੱਖ ਨਾਲ 18ਵਾਂ ਲੱਗਣ ਨੂੰ ਫਿਰਦਾ ਏ ਤੇ ਤੈਨੂੰ ਉਹਦੇ ਮੰਗਣ ਦਾ ਕੋਈ ਖਿਆਲ ਨਹੀਂ। ਹੁਸ਼ਿਆਰਚੰਦ ਪੀੜੀ ਨੂੰ ਪੈਰ ਨਾਲ ਲਾਗੇ ਕਰਕੇ ਉਹਦੇ ਉੱਤੇ ਬੈਠਦਾ ਹੈ ਤੇ ਕੁਰਤੇ ਦੇ ਅੱਗੇ ਨਾਲ ਆਪਣੇ ਆਪ ਨੂੰ ਪੱਖਾ ਝੱਲਦਾ ਹੈ। ਤੂੰ ਤਾਂ ਐਵੇਂ ਬੜਬੜ ਲਾਈ ਹੋਈ ਏ, ਨਾ ਤੇਰੀ ਧੀ ਬਹੁਤੀ ਏ ਤੇ ਮੇਰੀ ਘੱਟ ਏ। ਮੈਂ ਨਹੀਂ ਜਾਣਦਾ ਵੀ ਵੱਡੀ ਹੋ ਗਈ ਏ, ਤੈਨੂੰ ਕੀ ਪਤਾ ਹੈ ਵੀ ਮੈਂ ਕਦੋਂ ਦਾ ਢੂੰਡ ਤਲਾਸ਼ ਵਿੱਚ ਲੱਗਾ ਹੋਇਆ ਹੈ। ਪਰ ਕੋਈ ਕੰਮ ਦਾ ਵਾਰ ਘਰ ਲੱਭੇ ਤਾਂ ਹੀ ਕਰੀਏ ਨਾ। ਕੌਰਾਂ, ਮੈਨੂੰ ਦੁੱਖ ਤਾਂ ਇਸ ਗੱਲ ਦਾ ਏ ਵੀ ਦੁਨੀਆ ਕੀ ਕਹਿੰਦੀ ਹੋਵੇਗੀ। ਆ ਹੁਣੇ ਬੇਬੇ ਗੱਲਾਂ ਕਰਦੀ ਗਈ ਏ, ਉਹਨੇ ਬੜੀ ਤਾਕੀਦ ਕੀਤੀ ਏ। ਹੁਸ਼ਿਆਰਚੰਦ, ਬਸ ਬੇਬੇ ਗੱਲਾਂ ਕਰਨ ਜੋਗੀ ਏ ਨਾ, ਕੁਝ ਕੰਮ ਨਹੀਂ ਕਰਨ ਵਾਲੀ। ਇਹ ਤਾਂ ਬੁੱਢੀਆਂ ਦਾ ਕਾਇਦਾ ਏ, ਜਿੱਥੇ ਬੈਠਣਗੀਆਂ ਇੱਧਰ ਦੀਆਂ ਉੱਧਰ ਦੀਆਂ ਗੱਲਾਂ ਮਾਰਨਗੀਆਂ, ਹੋਰ ਇਹਨਾਂ ਨੂੰ ਕੰਮ ਕੀ ਹੋਇਆ। ਹੁਣ ਕਾਇਦੇ ਤੋਂ ਭਾਵ ਹੈ ਆਦਤ। ਹੁਸ਼ਿਆਰਚੰਦ ਦਾ ਮੰਨਣਾ ਹੈ ਕਿ ਇਸਤਰੀਆਂ ਦੀ ਤਾਂ ਇਹੀ ਆਦਤ ਹੈ ਕਿ ਉਹਨਾਂ ਨੇ ਗੱਲਾਂ ਹੀ ਕਰਨੀਆਂ ਹੁੰਦੀਆਂ, ਕੰਮ ਕੋਈ ਨਹੀਂ ਕਰਨਾ ਹੁੰਦਾ ਉਹਨਾਂ ਨੇ। ਕੌਰਾਂ, ਲੈ ਖਾਂ ਭਲਾ, ਮੁਫਤ ਦੇ ਨਹੋਰੇ ਦੇਣ ਦਾ ਕੀ ਰਾਹ ਹੋਇਆ। ਓੜਕ ਮਰਦ ਮਿਲ ਕੇ ਬੈਠਦੇ ਨੇ ਤਾਂ ਗੱਲਾਂ ਨਹੀਂ ਕਰਦੇ। ਪਰ ਦੱਸ ਮੈਨੂੰ ਉਹਦੇ ਵੱਲੋਂ ਖਸਮਾਂ ਖਾਣੀ ਦਾ ਨਾਂ ਭੁੱਲ ਗਿਆ ਈ ਤੇ ਮੇਰੇ ਮੂੰਹ ਅੱਗੇ ਫਿਰਦਾ ਈ। ਹਾਂ ਹਾਂ, ਜੰਡਪੁਰਾ ਜਿੱਥੇ ਰਾਜੇ ਨੂੰ ਭੇਜਿਆ ਸੀ, ਉੱਥੋਂ ਕੀ ਪਤਾ ਆਇਆ ਏ। ਹੁਸ਼ਿਆਰਚੰਦ, ਮੈਂ ਇਹੋ ਤਾਂ ਤੈਨੂੰ ਕਹਿਣ ਲੱਗਾ ਸੀ, ਪਰ ਤੂੰ ਬੇਬੇ ਦੀਆਂ ਗੱਲਾਂ ਵਿੱਚ ਲੱਗ ਪਈ। ਕੌਰਾਂ, ਚੰਗਾ ਚੰਗਾ ਦੱਸ ਫਿਰ। ਹੁਸ਼ਿਆਰਚੰਦ, ਮੈਂ ਹੁਣੇ ਰਾਜੇ ਨੂੰ ਮਿਲ ਕੇ ਆਇਆ, ਉਹ ਇੱਧਰ ਹੀ ਪਿਆ ਆਉਂਦਾ ਸੀ ਤੇ ਮੈਨੂੰ ਰਾਹ ਵਿੱਚ ਮਿਲ ਪਿਆ। ਕੌਰਾਂ, ਤੂੰ ਉਹਨੂੰ ਆਉਣ ਕਿਉਂ ਨਾ ਦਿੱਤਾ, ਸਾਰੀ ਗੱਲ ਮੈਂ ਉਹਦੇ ਮੂੰਹੋਂ ਸੁਣ ਲੈਂਦੀ। ਹੁਸ਼ਿਆਰਚੰਦ, ਉਹ ਇੱਧਰ ਆ ਰਿਹਾ ਸੀ ਤੇ ਮੈਂ ਅੱਗੇ ਕੰਮ ਜਾ ਰਿਹਾ ਸੀ, ਸੋਈ ਮੈਂ ਉਹਨੂੰ ਨਾਲ ਹੀ ਲੈ ਗਿਆ। ਗੱਲ ਸਾਰੀ ਤੂੰ ਮੇਰੇ ਮੂੰਹੋਂ ਸੁਣ ਲੈ। ਕਹਿੰਦਾ ਏ ਵੀ ਕੋਈ ਚੰਗੇ ਭਾਗ ਹੋਣ ਤਾਂ ਇਹੋ ਜਿਹਾ ਘਰ ਲੱਭਦਾ ਹੈ। ਬੜੇ ਭਾਗਵਾਨ ਨੇ, ਰਿਜ਼ਕ ਦਾ ਰੱਬ ਨੇ ਰੱਜ ਕੇ ਦਿੱਤਾ ਹੋਇਆ ਏ। ਬੜਾ ਵੱਡਾ ਖਲਜਗਣ ਏ, ਪਰਾਕਰਮੀ ਖਾਨਦਾਨ ਏ, ਆਰੇ ਬਾਰੇ ਵਿੱਚ ਮੰਨੇ ਤੰਨੇ ਹੋਏ। ਹਰ ਥਾਂ ਬੁੱਕ ਬੁੱਕ ਕੇਸਰ ਪੈਂਦਾ ਹੈ। ਬੁੱਕ ਬੁੱਕ ਕੇਸਰ ਪੈਂਦਾ ਹੈ ਭਾਵ ਉਹਨਾਂ ਦੀ ਬੜੀ ਪ੍ਰਸ਼ੰਸਾ ਹੁੰਦੀ ਹੈ ਸਾਰੇ ਪਾਸੇ। ਹੁਣ ਹੁਸ਼ਿਆਰਚੰਦ ਦੱਸਦਾ ਹੈ ਕਿ ਉਹ ਮੇਲੋ ਦੇ ਲਈ ਵਰ ਦੇਖ ਰਿਹਾ ਤੇ ਜਿਸ ਘਰ ਦੇ ਵਿੱਚ ਉਹ ਮੇਲੋ ਦਾ ਰਿਸ਼ਤਾ ਕਰਨ ਬਾਰੇ ਸੋਚ ਰਿਹਾ, ਉਹ ਬਹੁਤ ਮੰਨੇ ਪ੍ਰਮੰਨੇ ਹੈ ਤੇ ਆਪਣੇ ਖਾਨਦਾਨ ਦੇ ਵਿੱਚ ਉਹਨਾਂ ਦੀ ਚੜ੍ਹਤ ਹੈ। ਕੌਰਾਂ, ਸ਼ੁਕਰ ਏ ਰੱਬ ਦਾ, ਇਹ ਵੀ ਰਾਤ ਦਿਨ ਦਾ ਸਹਿੰਸਾ ਲੱਥਾ, ਭਾਵ ਫਿਕਰ ਲੱਥਾ। ਮੇਰੀ ਤਾਂ ਫਿਕਰ ਨਾਲ ਜਾਨ ਸੁੱਕਦੀ ਜਾਂਦੀ ਸੀ। ਹੁਸ਼ਿਆਰਚੰਦ, ਵੇਖ ਰੱਬ ਨੇ ਕਿਹਾ ਚੰਗਾ ਢੋ ਮਿਲਾਇਆ ਏ, ਸਹਿਜ ਪੱਕੇ ਸੋ ਮਿੱਠਾ ਹੋ। ਤੂੰ ਬੜੀ ਕਾਹਲੀ ਪਈ ਹੋਈ ਸੈਂ, ਕਾਹਲੀ ਨਾਲ ਕੁਝ ਨਹੀਂ ਬਣਦਾ। ਮੇਲੋ ਬੜੀ ਨਸੀਬਾਂ ਵਾਲੀ ਹੈ ਤੇ ਉਹਦੇ ਨਸੀਬਾਂ ਨੂੰ ਸਾਰੇ ਕੰਮ ਆਪਣੇ ਆਪ ਰਾਸ ਹੁੰਦੇ ਜਾਂਦੇ ਨੇ। ਹੁਣ ਅੱਗੇ ਕੌਰਾਂ ਕੀ ਕਹਿੰਦੀ ਹੈ, ਸੁੱਖ ਨਾਲ ਮੁੰਡਾ ਕਿੱਡੀ ਕੁ ਉਮਰ ਦਾ ਹੈ, ਕੰਵਾਰਾ ਏ ਕਿ ਦੁਹਾਜੂ। ਦੁਹਾਜੂ ਹੁੰਦਾ ਹੈ ਬੱਚੋ ਜਿਹਦਾ ਪਹਿਲਾਂ ਵਿਆਹ ਹੋਇਆ ਹੋਵੇ। ਅੱਗੇ ਹੁਸ਼ਿਆਰਚੰਦ ਜਵਾਬ ਦਿੰਦਾ, ਹੱਥ ਦੀ ਸੈਨਤ ਨਾਲ ਕੌਰਾਂ ਨੂੰ ਚੁੱਪ ਕਰਾਉਂਦਾ ਹੈ ਤੇ ਫਿਰ ਮੇਲੋ ਨੂੰ ਕੀ ਕਹਿੰਦਾ ਹੈ, ਕਾਕੋ ਤੂੰ ਜਾ ਇੱਕ ਕੰਮ ਕਰ ਆ। ਮੇਲੋ, ਮੈਂ ਫੁਲਕਾਰੀ ਕੱਢਦੀ ਪਈ ਹਾਂ, ਠਹਿਰ ਕੇ ਜਾਊਂ। ਕੌਰਾਂ, ਫੁਲਕਾਰੀ ਫੇਰ ਨਾ ਕੱਢੀ ਜਾਊ, ਜਾ ਮੇਰੀ ਬੀਬੀ ਧੀ। ਮੇਲੋ, ਕੀ ਕੰਮ ਏ। ਹੁਸ਼ਿਆਰਚੰਦ, ਪੰਡਤਾਣੀ ਵੱਲ ਜਾ,
ਉਹਨੂੰ ਕਹੋ ਵੀ ਪਾਂਦਾ ਜਦੋਂ ਬਾਹਰੋਂ ਆਵੇ ਤਾਂ ਉਹਨੂੰ ਝਟਪਟ ਇੱਧਰ ਭੇਜੀ। ਮੇਲੋ, ਕਿਹੜੀ ਪੰਡਤਾਣੀ? ਕੌਰਾਂ, ਇੱਥੇ ਕੋਈ 10 ਵੀ ਪੰਡਤਾਣੀਆਂ ਹਨ। ਉਹ ਬੁੱਢੇ ਪਾਂਦੇ ਦੀ ਵਹੁਟੀ, ਹੋਰ ਕਿਹੜੀ? ਮੇਲੋ, ਮੈਨੂੰ ਠੀਕ ਪਤਾ ਨਹੀਂ ਉਹਦਾ ਘਰ ਕਿੱਥੇ ਹੈ। ਕੌਰਾਂ, ਜਾ ਪੱਤਿਓਂ ਬਸੰਤੋ ਨੂੰ ਨਾਲ ਲੈ ਜਾ, ਉਹਨੂੰ ਪਤਾ ਹੈ। ਮੇਲੋ ਚਲੀ ਜਾਂਦੀ ਹੈ। ਹੁਸ਼ਿਆਰਚੰਦ, ਮੈਂ ਕਹਿਣ ਲੱਗਾ ਸੀ ਭਈ, ਫਿਰ ਉਹ ਰੁਕ ਜਾਂਦਾ। ਅੱਗੇ, ਲਾਜੋ ਮੰਜੀ ਤੋਂ ਉਤਰ ਕੇ ਫੁਲਕਾਰੀ ਚੁੱਕ ਲੈਂਦੀ ਹੈ ਤੇ ਮਾਂ ਕੋਲ ਆ ਕੇ ਹੁਣ ਕੀ ਕਹਿੰਦੀ ਹੈ? ਲਾਜੋ, ਮਾਂ ਮੈਂ ਫੁਲਕਾਰੀ ਕੱਢਾਂ, ਮੇਰਾ ਜੀ ਕਰਦਾ ਏ। ਕੌਰਾਂ, ਨਾ ਨਾ, ਤੂੰ ਖਰਾਬ ਨਾ ਕਰ ਦੇਈਂ, ਤੂੰ ਖਰਾਬ ਕਰ ਦੇਂਗੀ। ਪਹਿਲੇ ਭੈਣ ਕੋਲੋਂ ਸਿੱਖੀ, ਫੇਰ ਕੱਢੀ। ਲਾਜੋ, ਮੈਂ ਪਿੱਛੋਂ ਸਿੱਖ ਲਵਾਂਗੀ, ਹੁਣ ਕੱਢਣ ਦਿਓ, ਮੇਰਾ ਜੀ ਕਰਦਾ ਏ। ਹੁਸ਼ਿਆਰਚੰਦ, ਹੈ ਸਰਮੋਨੀ, ਰੌਲਾ ਨਾ ਪਾ, ਸਾਨੂੰ ਗੱਲ ਕਰਨ ਦੇ। ਬੱਚਿਓ, ਸਿਰਮੋਨੀ ਹੁੰਦਾ ਹੈ ਸਿਰ ਨੂੰ ਮੁੰਨ ਦੇਣਾ, ਸ਼ੇਵ ਕਰ ਦੇਣਾ। ਜਦੋਂ ਪਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਵਿਧਵਾ ਔਰਤ ਦੇ ਸਿਰ ਨੂੰ ਮੁੰਨ ਦਿੱਤਾ ਜਾਂਦਾ। ਇੱਕ ਤਰ੍ਹਾਂ ਦੇ ਨਾਲ ਇਹ ਪੁਰਾਣੇ ਜਿਹੜੇ ਲੋਕ ਸੀਗੇ ਉਹ ਇਹਨਾਂ ਗੱਲਾਂ ਨੂੰ ਮੰਨਦੇ ਹੁੰਦੇ ਸੀਗੇ ਕਿ ਇਸਤਰੀ ਜਿਹੜੀ ਵਿਧਵਾ ਹੋ ਗਈ ਉਹਦੇ ਸਿਰ ਨੂੰ ਮੁੰਨ ਦਿੱਤਾ ਜਾਵੇ, ਵਾਲ ਕੱਟ ਦਿੱਤੇ ਜਾਂਦੇ ਹੁੰਦੇ ਸੀਗੇ। ਅਤੇ ਹੁਣ ਹੁਸ਼ਿਆਰਚੰਦ ਨੇ ਉਹੀ ਸ਼ਬਦ ਵਰਤਿਆ ਉਹਦੇ ਲਈ। ਪਿੰਡਾਂ ਦੇ ਲੋਕ ਇਸ ਤਰ੍ਹਾਂ ਪੁਰਾਣੇ ਜਿਹੜੇ ਸੀਗੇ ਉਹ ਵਰਤ ਦਿੰਦੇ ਸੀਗੇ। ਹੈ ਸਿਰਮੁੰਨੀ, ਰੌਲਾ ਨਾ ਪਾ, ਸਾਨੂੰ ਗੱਲ ਕਰਨ ਦੇ। ਲਾਜੋ ਰੋਣ ਵਾਲਾ ਮੂੰਹ ਬਣਾ ਲੈਂਦੀ ਹੈ। ਫਿਰ ਫੁਲਕਾਰੀ ਕੱਢਣ ਦਿਓ ਨਾ। ਕੌਰਾਂ, ਚੱਲ ਝਿੜਕੋ ਨਾ, ਅੰਗਾਣੀ ਜੂ ਹੋਈ। ਅੰਗਾਣੀ ਮਤਲਬ ਮਾਸੂਮ। ਲਾਜੋ ਨੂੰ ਫੁਲਕਾਰੀ ਦੇ ਕੇ, ਲੈ ਮਾਰ ਖਸਮਾਂ ਖਾਣੀ, ਖਰਾਬ ਨਾ ਕਰੀ। ਲਾਜੋ ਫੁਲਕਾਰੀ ਨੂੰ ਸਿਰ ਉੱਤੇ ਲੈ ਕੇ ਇੱਧਰ ਉੱਧਰ ਆਪਣੇ ਵੱਲ ਵੇਖ ਕੇ ਖੁਸ਼ੀ ਨਾਲ ਟੱਪਦੀ ਹੋਈ, ਆਹਾ ਜੀ ਬੜੀ ਸੋਹਣੀ ਲੱਗਦੀ ਏ। ਹੁਣ ਕੌਰਾਂ, ਹੈਂ ਕੀ ਕਰਨੀ ਏ, ਖਰਾਬ ਨਾ ਕਰੀ। ਲਾਜੋ, ਇਹ ਤਾਂ ਮੈਂ ਲੈ ਲੈਣੀ ਏ, ਮੈਨੂੰ ਬੜੀ ਚੰਗੀ ਲੱਗਦੀ ਏ। ਪੀੜ੍ਹੀ ਉੱਤੇ ਬੈਠ ਜਾਂਦੀ ਏ ਤੇ ਫੁਲਕਾਰੀ ਦਾ ਇੱਕ ਖੂੰਜਾ ਕੱਢਣ ਲੱਗ ਪੈਂਦੀ ਏ। ਹੁਸ਼ਿਆਰਚੰਦ, ਮੈਂ ਮੇਲੋ ਨੂੰ ਭੇਜਿਆ ਸੀ ਕਿ ਕੁਝ ਗੱਲਬਾਤ ਕਰ ਲਈਏ, ਸੋਈ ਇਸ ਛੋਕਰੀ ਨੇ ਵਿੱਚ ਰੌਲਾ ਪਾ ਦਿੱਤਾ। ਕੌਰਾਂ, ਚੱਲ ਛੱਡ ਇਹਨੂੰ ਹੁਣ, ਆਪੇ ਚੁੱਪ ਬੈਠੀ ਰਹੇਗੀ। ਹਾਂ ਫਿਰ ਦੱਸ ਨਾ ਵੀ ਕੰਵਾਰਾ ਏ ਕਿ ਦੁਹਾਜੂ? ਹੁਸ਼ਿਆਰਚੰਦ, ਤੂੰ ਤਾਂ ਅੰਗਾਣਿਆਂ ਵਾਲੀਆਂ ਗੱਲਾਂ ਕਰਦੀ ਏਂ, ਭਲਾ ਚੰਗੇ ਘਰ ਦੇ ਮੁੰਡੇ ਕੰਵਾਰੇ ਬੈਠੇ ਰਹਿੰਦੇ ਨੇ? ਕੌਰਾਂ, ਤਾਂ ਫਿਰ ਦੁਹਾਜੂ ਹੋਇਆ ਨਾ, ਕੋਈ ਬਾਲ ਬੱਚਾ ਵੀ ਹੈ? ਹੁਸ਼ਿਆਰਚੰਦ, 2 ਮੁੰਡੇ ਤੇ 1 ਕੁੜੀ। ਕੌਰਾਂ, ਇਹ ਤਾਂ ਕੁਝ ਨਾ ਹੋਇਆ, ਲੋਕੀ ਕੀ ਕਹਿਣਗੇ ਵੀ ਸਾਨੂੰ ਕੋਈ ਕੰਵਾਰਾ ਨਹੀਂ ਸੀ ਮਿਲਦਾ ਜੋ ਦੁਹਾਜੂ ਦੇ ਲੜ ਲਾਈ। ਹੁਸ਼ਿਆਰਚੰਦ, ਲੋਕਾਂ ਨੂੰ ਕਹਿਣ ਦੇ ਜੋ ਕਹਿੰਦੇ ਨੇ ਉਹਨਾਂ ਤਾਂ ਕਹਿਣਾ ਹੀ ਏ, ਕਦੀ ਸਾਰੀ ਦੁਨੀਆ ਨੂੰ ਵੀ ਕਿਸੇ ਨੇ ਖੁਸ਼ ਕੀਤਾ? ਕੌਰਾਂ, ਮੈਂ ਇਹ ਕਹਿੰਦੀ ਹਾਂ ਕਿ ਸਾਡੇ ਸਾਕ ਅੰਗ ਕੀ ਕਹਿਣਗੇ, ਸਾਰੇ ਮੈਨੂੰ ਛਿੱਬੀਆਂ ਦੇਣਗੇ। ਛਿੱਬੀਆਂ ਭਾਵ ਨੀਵਾਂ ਦਿਖਾਣਗੇ ਜਾਂ ਸ਼ਰਮਿੰਦਾ ਕਰਨਗੇ। ਅਸੀਂ ਕਿਸੇ ਦੀ ਜ਼ੁਬਾਨ ਤਾਂ ਨਹੀਂ ਫੜ ਲੈਣੀ, ਘਰ ਘਰ ਗੱਲਾਂ ਹੋਣਗੀਆਂ। ਹੁਸ਼ਿਆਰਚੰਦ, ਤੂੰ ਇਹਨਾਂ ਭਰਮਾਂ ਵਿੱਚ ਪਈ ਰਹਿਣਾ ਏ ਤੇ ਸਾਕ ਹੱਥੋਂ ਨਿਕਲ ਜਾਣਾ ਏ। ਇੱਕ ਵੱਡੇ ਖਾਨਦਾਨ ਨਾਲ ਮੱਥਾ ਲੱਗਣ ਲੱਗਾ ਏ, ਸਗੋਂ ਸ਼ੁਕਰ ਕਰ, ਉਹਨੂੰ ਤਾਂ ਇਸ ਵੇਲੇ 20 ਆਉਂਦੀਆਂ ਨੇ। ਕੌਰਾਂ, ਆਮਦਨ ਕਿੰਨੀ ਕੁ ਸੂ? ਹੁਸ਼ਿਆਰਚੰਦ, ਤੈਨੂੰ ਆਖਿਆ ਜੂ ਇਹ ਬੜੇ ਰੱਜੇ ਹੋਏ ਨੇ, ਆਪ ਜ਼ਿਲ੍ਹਾ ਕਚਹਿਰੀ ਵਿੱਚ ਨਾਜ਼ਰ ਸੀ। ਨਾਜ਼ਰ ਇੱਕ ਅਹੁਦਾ ਹੈ। ਹੋਰ ਘਰ ਦੀਆਂ ਜ਼ਮੀਨਾਂ, ਖੂਹ, ਬਾਗ, ਜਾਇਦਾਦਾਂ, ਹੋਰ ਨਹੀਂ ਤਾਂ ਕੁੜੀ ਕਿਸੇ ਗੱਲੋਂ ਥੋੜ੍ਹੀ ਤਾਂ ਨਾ ਰਹੂ। ਗਊ ਉੱਥੇ ਛੱਡੀਏ ਜਿੱਥੇ ਘਾਹ ਹੋਵੇ, ਭਾਵ ਉਸ ਘਰ ਲੜਕੀ ਨੂੰ ਦਿੱਤਾ ਜਾਵੇ ਜਿੱਥੇ ਉਹ ਰੱਜ ਕੇ ਖਾਵੇ ਹੰਢਾਵੇ। ਉੱਠ ਖੜਾ ਹੁੰਦਾ ਹੈ ਉਹਨੂੰ। ਕੌਰਾਂ, ਹਾਂ ਇਹ ਤਾਂ ਠੀਕ ਏ, ਪਰ ਲੋਕਾਂ ਦਾ ਮੂੰਹ ਰੱਖਣਾ ਵੀ ਔਖਾ ਏ। ਅੱਛਾ ਸਾਡੇ ਕੀ ਵੱਸ ਏ, ਸਭ ਸੰਜੋਗਾਂ ਦਾ ਹੱਥ ਏ। ਹੁਣ ਕੌਰਾਂ ਸੰਜੋਗਾਂ ਵਿੱਚ ਵਿਸ਼ਵਾਸ ਕਰਦੀ ਹੈ, ਇਸ ਕਰਕੇ ਉਹਨੂੰ ਲੱਗਦਾ ਜੋ ਵੀ ਹੁੰਦਾ ਸੰਜੋਗਾਂ ਦੇ ਹੱਥ ਹੈ। ਅਤੇ ਜੇਕਰ ਕੁੜੀ ਦੇ ਸੰਜੋਗ ਉਸ ਘਰ ਦੇ ਵਿੱਚ ਲਿਖੇ ਆ ਤਾਂ ਫਿਰ ਜ਼ਰੂਰ ਉੱਥੇ ਹੀ ਉਹਨੇ ਜਾਣਾ। ਹੁਸ਼ਿਆਰਚੰਦ, ਕੁੜੀ ਸਾਡੀ ਬੜੀ ਭਾਗਾਂ ਵਾਲੀ ਏ, ਇਹਨੇ ਬੜਾ ਸੁੱਖ ਪਾਉਣਾ। ਕੌਰਾਂ, ਪਰ ਤੂੰ ਜਾਤ ਵੱਲੋਂ ਤਾਂ ਕੁਝ ਦੱਸਿਆ ਹੀ ਨਹੀਂ। ਹੁਸ਼ਿਆਰਚੰਦ, ਤੈਨੂੰ ਜੋ ਦੱਸਿਆ ਏ ਸਭ ਕੁਝ ਠੀਕ ਏ, ਜਾਤਾਂ ਸਾਡੀਆਂ ਰਲਦੀਆਂ ਮਿਲਦੀਆਂ ਨੇ, ਤੂੰ ਕੋਈ ਤੌਖਲਾ ਨਾ ਕਰ, ਭਾਵ ਫਿਕਰ ਨਾ ਕਰ, ਬਾਕੀ ਤੈਨੂੰ ਮੈਂ ਫੇਰ ਦੱਸਾਂਗਾ, ਹੁਣ ਜ਼ਰਾ ਬਾਵੇ ਵੱਲੋਂ ਹੋ ਆਵਾਂ। ਹੁਸ਼ਿਆਰਚੰਦ ਚਲਿਆ ਜਾਂਦਾ ਹੈ। ਕੌਰਾਂ,
ਆਪਣੇ ਆਪ ਨਾਲ, ਸ਼ੁਕਰ ਏ, ਇਹ ਵੀ ਮੇਰਾ ਫਿਕਰ ਲੱਥਾ। ਕੁੜੀ ਆਪਣੇ ਘਰ ਵਸੂ ਰਸੂ, ਐਵੇਂ ਕਹਿੰਦੇ ਨੇ ਰੱਬ ਥੰਮਾਂ ਚੋਂ ਬੌੜਦਾ ਏ, ਜੇ ਦਿਨ ਆਵਣ ਚੰਗੜੇ, ਭੁੱਜੇ ਉੱਗਣ ਮੋਠ। ਰਾਤ ਦਿਨ ਚਿੰਤਾ ਵਿੱਚ ਲੰਘਦਾ ਸੀ ਤੇ ਲੱਭ ਲੱਭ ਕੇ ਥੱਕ ਗਏ ਸਾਂ, ਪਰ ਜਦੋਂ ਰੱਬ ਦੀ ਨਜ਼ਰ ਸਵੱਲੀ ਹੋਈ ਤਾਂ ਸਭ ਕੁਝ ਆਪੇ ਹੀ ਹੋ ਜਾਏਗਾ। ਹੁਣ ਕੌਰਾਂ ਬਹੁਤ ਖੁਸ਼ ਹੈ ਕਿ ਉਹਦੀ ਕੁੜੀ ਨੂੰ ਬਹੁਤ ਅੱਛੇ ਪਰਿਵਾਰ ਦਾ ਰਿਸ਼ਤਾ, ਅੱਛੇ ਘਰ ਦਾ, ਰੱਜੇ ਪੁੱਜੇ ਘਰ ਦਾ ਰਿਸ਼ਤਾ ਹੈ। ਖੁਸ਼ੀ ਨਾਲ ਗਾਉਂਦੀ ਹੈ ਤੇ ਫੇਰ ਕੱਤਣਾ ਬੰਦ ਕਰਕੇ ਚਰਖੇ ਨੂੰ ਚੁੱਕ ਕੇ ਕੰਧ ਨਾਲ ਖੜਾ ਕਰ ਦਿੰਦੀ ਹੈ। ਲਾਜੋ ਉੱਠ ਕੇ ਫੁਲਕਾਰੀ ਨੂੰ ਘਸੀਟਦੀ ਘਸੀਟਦੀ ਮਾਂ ਕੋਲ ਲੈ ਜਾਂਦੀ ਹੈ ਤੇ ਆਪਣਾ ਕੱਢਿਆ ਹੋਇਆ ਵਿਖਾ ਕੇ, ਵੇਖ ਮਾਂ, ਮੈਂ ਮੇਲੋ ਕੋਲੋਂ ਵੀ ਚੰਗਾ ਕੱਢਿਆ ਏ, ਉਂਗਲ ਨਾਲ ਵਿਖਾ ਕੇ। ਹੈ ਨਾ ਬੜਾ ਸੋਹਣਾ। ਕੌਰਾਂ ਵੇਖ ਕੇ ਤੇ ਖਿੱਝ ਕੇ, ਕੀ ਕੱਢਿਆ ਈ, ਸਿਰ ਖਸਮ ਦਾ। ਆਖਿਆ ਸੀ ਭਈ ਨਾ ਕੱਢ, ਸਾਰਾ ਖਰਾਬ ਕਰ ਦਿੱਤਾ ਈ। ਲਾਜੋ ਤੈਨੂੰ ਤਾਂ ਵੇਖਣ ਦੀ ਜਾਚ ਨਹੀਂ ਮਾਂ, ਮੈਨੂੰ ਤਾਂ ਬੜਾ ਹੀ ਚੰਗਾ ਲੱਗਦਾ ਹੈ। ਮੈਂ ਆਪਣੀਆਂ ਗੁੱਡੀਆਂ ਲਈ ਸਾਰੇ ਪਟੋਲੇ ਕੱਢ ਲੈਣੇ ਨੇ, ਜਦੋਂ ਉਹਨਾਂ ਦਾ ਵਿਆਹ ਕਰੂੰ ਤਾਂ ਦਾਜ ਵਿੱਚ ਦਊਂ। ਕੌਰਾਂ ਕਮਲੀ ਜਿਹੀ ਗੁੱਡੀਆਂ ਦੇ ਸਿਰ ਮੁੰਨ ਛੱਡ ਪਰੇ, ਬੈਠ ਕੇ ਲਾਜੋ ਨੂੰ ਗੋਦੀ ਵਿੱਚ ਲੈ ਲੈਂਦੀ ਹੈ। ਲਾਜੋ ਮੇਰੀਆਂ ਗੁੱਡੀਆਂ ਨੂੰ ਗਾਲਾਂ ਨਾ ਕੱਢ ਭਲਾ। ਬਾਹਰੋਂ ਦਰਵਾਜ਼ਾ ਖੜਕਣ ਦੀ ਆਵਾਜ਼ ਆਉਂਦੀ ਹੈ। ਆਵਾਜ਼ ਸਟੇਜ ਤੋਂ ਪਰੇ, ਬੇਬੇ ਜੀ, ਭਾਜੀ। ਕੌਰਾਂ ਲਾਜੋ ਵੇਖ ਕਾਂ ਕੌਣ ਏ, ਨੈਣ ਜਾਪਦੀ ਏ। ਲਾਜੋ ਦਰਵਾਜ਼ੇ ਕੋਲ ਜਾਂਦੀ ਹੈ ਤੇ ਨੈਣ ਨੂੰ ਚਾਦਰ ਤੋਂ ਫੜੀ ਲਈ ਆਉਂਦੀ ਹੈ। ਲਾਜੋ ਮਾਂ ਇਹ ਉਹੀ ਹੈ ਜਿਹੜੀ ਅੱਗੇ ਵੀ ਇੱਕ ਵਾਰੀ ਆਈ ਸੀ। ਕੌਰਾਂ ਆ ਰਾਣੀ, ਬੜੇ ਚਿਰਾਂ ਪਿੱਛੋਂ ਆਈ ਏ, ਕੀ ਗੱਲ ਏ। ਨੈਣ ਭਲਾ ਬੇਬੇ, ਜਿਨ੍ਹਾਂ ਦਾ ਰੋਜ਼ ਦਿੱਤਾ ਖਾਣਾ ਹੋਇਆ ਉਹਨਾਂ ਦੇ ਨਹੀਂ ਆਉਣਾ ਤੇ ਫਿਰ ਜਾਣਾ ਕਿਹਨਾਂ ਦੇ ਹੋਇਆ। ਪਿੱਛੇ ਜਿਹੇ ਮੈਂ ਭਗਤਾਂ ਦੇ ਸਹੁਰੇ ਗਈ ਹੋਈ ਸਾਂ। ਜ਼ਮੀਨ ਉੱਤੇ ਬੈਠ ਜਾਂਦੀ ਹੈ ਤੇ ਭਾਜੀ ਦਿੰਦੀ ਹੈ। ਭਾਜੀ ਬੱਚਿਓ ਤੁਹਾਨੂੰ ਪਤਾ ਹੋਏਗਾ, ਵਿਆਹ ਜਾਂ ਕੋਈ ਵੀ ਖੁਸ਼ੀ ਦਾ ਮੌਕਾ ਹੁੰਦਾ ਤਾਂ ਲੋਕ ਘਰ 'ਚ ਕਢਵਾਉਂਦੇ ਆ। ਸੀਰਨੀ ਵੀ ਕਈ ਇਲਾਕਿਆਂ ਦੇ ਵਿੱਚ ਕਹਿ ਦਿੱਤਾ ਜਾਂਦਾ, ਕਈ ਬੂੰਦੀ ਵੀ ਕਹਿੰਦੇ ਇਹਨੂੰ। ਕੌਰਾਂ ਹੈਂ ਭੁੰਜੇ ਕਿਉਂ ਬਹਿਣਾ ਸੀ, ਪੀੜੀ ਦਾ ਸਿਰ ਤੇ ਨਹੀਂ ਦੁਖਦਾ, ਇਹਦੇ ਉੱਤੇ ਬਹਿ। ਭਾਜੀ ਵੱਲ ਇਸ਼ਾਰਾ ਕਰਕੇ, ਕਿਹਨਾਂ ਦਿਓ ਆਈਏ। ਨੈਣ ਬੇਬੇ ਮੁੰਡਾ ਹੋਇਆ ਏ ਨਾ ਭਗਤਾਂ ਦੇ, ਇਹ ਪਿੱਛੇ ਜਿਹੇ ਰੀਤਾਂ ਚੜੀਆਂ ਸੀ ਨਾ, ਉਹਦੀ ਮਾਂ ਨੇ ਇਸ ਗੱਲ ਦੀ ਬੜੀ ਖੁਸ਼ੀ ਕੀਤੀ ਏ, ਭਾਜੀ ਵੰਡੀਏ ਤੇ ਗਾਉਣ ਬਹਾਇਆ ਏ, ਤੁਹਾਨੂੰ ਵੀ ਨਾਲੇ ਸੱਦਾ ਜੇ। ਕੌਰਾਂ ਕਿਉਂ ਨਾ ਖੁਸ਼ੀਆਂ ਕਰੇ, ਪਲੇਠੀ ਦਾ ਦੋਹਤਰਾ ਹੋਇਆ ਏ। ਪਲੇਠੀ ਮਤਲਬ ਪਹਿਲਾ, ਬੜੇ ਭਾਗਾਂ ਵਾਲੀ ਏ। ਹੁਣ ਭਗਤਾਂ ਵੀ ਮੁੰਡੇ ਦੀ ਮਾਂ ਬਣ ਗਈ ਏ। ਇੱਕ ਨਿੱਕਾ ਜਿਹਾ ਬੇਮਾਲੂਮ ਹੌਂਕਾ ਲੈ ਕੇ, ਇੱਖਾਂ ਸਾਡੀ ਮੇਲੋ ਦੀ ਹਾਨਣ ਏ। ਹੁਣ ਕੌਰਾਂ ਇੱਕ ਮਾਂ ਹੈ ਤੇ ਜਦੋਂ ਉਹਦੀ ਧੀ ਦੇ ਬਰਾਬਰ ਦੀ ਲੜਕੀ ਦੇ ਮੁੰਡਾ ਹੁੰਦਾ ਤੇ ਉਹਦੀ ਖੁਸ਼ੀ ਮਨਾਈ ਜਾਂਦੀ ਹੈ ਤੇ ਇਸ ਕਰਕੇ ਉਹ ਹੌਂਕਾ ਲੈਂਦੀ ਹੈ। ਨੈਣ ਤੇ ਬੇਬੇ ਤੁਸੀਂ ਮੇਲੋ ਦਾ ਵਿਆਹ ਕਿਉਂ ਨਹੀਂ ਕਰਦੇ, ਸੁੱਖ ਨਾਲ ਉਹਦੇ ਨਾ ਅੱਜ ਨੂੰ ਅੰਘਾਣਾ ਹੁੰਦਾ, ਭਾਵ ਉਹਦੇ ਵੀ ਤਾਂ ਹੁਣ ਨਿਆਣਾ ਹੋਣਾ ਹੀ ਸੀਗਾ ਜੇਕਰ ਉਹਦਾ ਵਿਆਹ ਹੁੰਦਾ। ਕੌਰਾਂ ਅਸੀਂ ਤਾਂ ਬੜੀਆਂ ਮੁੱਦਤਾਂ ਦੇ ਢੂੰਡ ਤਲਾਸ਼ ਵਿੱਚ ਲੱਗੇ ਹੋਏ ਸਾਂ, ਪਰ ਕੰਮ ਦਾ ਮੁੰਡਾ ਮਿਲਦਾ ਨਹੀਂ ਸੀ। ਹੁਣ ਮੇਲੋ ਦੇ ਭਾਈਏ ਨੇ ਬੜਾ ਸੋਧ ਕੇ ਮੁੰਡਾ ਲੱਭ ਲਿਆ ਏ ਜੰਡਪੁਰੋਂ। ਨੈਣ ਇਹ ਉਹ ਜੰਡਪੁਰਾ ਤਾਂ ਨਹੀਂ ਜਿਹੜਾ ਮੇਰੇ ਪਿੰਡ ਦੇ ਕੋਲ ਏ। ਕੌਰਾਂ ਇਹ ਤਾਂ ਮੈਨੂੰ ਪਤਾ ਨਹੀਂ, ਪਰ ਸੁਣਿਆ ਏ ਵੀ ਇੱਧਰ ਕਰਕੇ 19-20 ਕੋਹਾਂ ਤੇ ਹੈ। ਨੈਣ ਹਾਂ ਹਾਂ ਠੀਕ ਏ, ਆ ਗਿਆ ਏ ਮੈਨੂੰ ਯਾਦ, ਹੈ ਉੱਥੇ ਇੱਕ ਚੰਗਾ ਘਰ। ਕੌਰਾਂ ਦੱਸ ਫਿਰ ਉੱਥੋਂ ਕੀ ਕੁਝ ਗੱਲਬਾਤ, ਦੱਸ ਫਿਰ ਉੱਥੋਂ ਦੀ ਕੁਝ ਗੱਲਬਾਤ। ਨੈਣ ਮੈਨੂੰ ਪੱਕੀ ਤਾਂ ਕੁਝ ਯਾਦ ਨਹੀਂ, ਕਿਉਂ ਜੋ ਮੈਨੂੰ ਉੱਥੇ ਗਿਆ ਬੜਾ ਚਿਰ ਹੋ ਗਿਆ ਏ, ਪਰ ਸੁਣਨ ਵਿੱਚ ਬਥੇਰੀਆਂ ਆਈਆਂ ਨੇ, ਕਹਿੰਦੇ ਨੇ ਬੜੇ ਰੱਜੇ ਹੋਏ ਨੇ, ਆਪੂ ਉਹ ਪੈਨਸ਼ਨ ਪਾਉਂਦਾ ਏ। ਕੌਰਾਂ ਪੈਨਸ਼ਨ ਪਾਉਂਦਾ ਏ। ਨੈਣ ਠੀਕ ਤਾਂ ਪਤਾ ਨਹੀਂ, ਕਹਿੰਦੇ ਨੇ ਪੁੱਤਰਾਂ ਧੀਆਂ ਵਾਲਾ ਏ। ਕੌਰਾਂ ਮੇਲੋ ਦੇ ਭਾਈਏ ਵੀ ਇਹ ਗੱਲ ਤਾਂ ਮੈਨੂੰ ਦੱਸੀ ਸੀ, ਡਰਨੇ ਆ ਵੀ ਲੋਕੀ ਕੀ ਕਹਿਣਗੇ। ਰਾਣੀ ਤਦ ਵੀ ਉਮਰ ਵੱਲੋਂ ਕੁਝ ਤਾਂ ਦੱਸ। ਨੈਣ ਉਮਰ ਤੇ ਸੁੱਖ ਨਾਲ ਚੌਖੀ ਹੋਣੀ ਏ, 2 ਮੁੰਡੇ ਨੌਕਰ ਨੇ,
ਤੇ ਪਿਛਲੇ ਵਰੇ ਧੀ ਦਾ ਵਿਆਹ ਵੀ ਕੀਤਾ ਸੂ। ਕੌਰਾਂ ਹੁਣ ਕੌਰਾਂ ਅ, ਹੈਰਾਨ ਹੋ ਜਾਂਦੀ ਹੈ ਇਹ ਸਾਰਾ ਕੁਝ ਸੁਣ ਕੇ। ਹੈ ਸ਼ੁਕਰ ਏ ਕਿਤੇ ਸ਼ਗਨ ਹੀ ਘੱਲ ਬੈਠੇ। ਮੇਲੋ ਦੇ ਭਾਈਏ ਤਾਂ ਮੈਨੂੰ ਇਹ ਕੁਝ ਦੱਸਿਆ ਨਹੀਂ। ਨਹੀਂ ਦੱਸਿਆ ਹੁਣ ਕਿਉਂਕਿ ਉਹ ਮਦਰ ਹੈ, ਮਾਂ ਹੈ, ਡਰੇਗੀ ਤਾਂ ਸਹੀ ਕਿ ਅਗਰ ਉਹਦਾ ਸ਼ਗਨ ਭੇਜਿਆ ਹੁੰਦਾ ਤਾਂ ਬਹੁਤ ਗਲਤ ਹੋ ਜਾਣਾ ਸੀਗਾ ਉਹਦੀ ਧੀ ਦੇ ਨਾਲ। ਨੈਣ ਪਰ ਉਹ ਉਂਝ ਜਾਇਦਾਦ ਵਾਲਾ ਬੜਾ ਏ। ਕੌਰਾਂ ਅੱਗ ਲਾਏ ਹੋ ਜਿਹੀ ਜਾਇਦਾਦ ਨੂੰ। ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਏਡੀ ਵਡੇਰੀ ਉਮਰ ਉੱਤੇ ਹੁਣ ਸ਼ਾਦੀ ਕਿਉਂ ਕਰਦਾ ਏ। ਉਹ ਤਾਂ ਅੱਗੇ ਹੀ ਧੀਆਂ ਪੁੱਤਰਾਂ ਵਾਲਾ ਹੈ, ਪੁੱਤਰਾਂ ਧੀਆਂ ਵਾਲਾ ਹੈ। ਨੈਣ ਬੇਬੇ ਗੱਲ ਹੋਰ ਏ। ਹੁਣ ਤੇਰੇ ਕੋਲ ਕਾਹਦਾ ਲੁਕਾ ਹੈ। ਜਦੋਂ ਪਿਛਲੀ ਵਾਰੀ ਮੈਂ ਪੇਕੇ ਗਈ ਸਾਂ ਤਾਂ ਆਪਣੇ ਲਾਲੇ ਦੀ ਜ਼ੁਬਾਨੀ ਸੁਣਿਆ ਸੀ। ਉਹ ਉੱਥੇ ਆਉਂਦਾ ਜਾਂਦਾ ਰਹਿੰਦਾ ਹੈ। ਪਿੰਡ ਲਾਗੇ ਜੂ ਹੋਇਆ। ਆਖਦੇ ਨੇ ਕਿਤੇ ਪਿਓ ਪੁੱਤਰਾਂ ਵਿੱਚ ਬੁਲਾਰਾ ਹੋ ਗਿਆ ਤੇ ਵੱਡੇ ਪੁੱਤਰ ਨੇ ਬੋਲੀ ਮਾਰੀ ਵੀ ਚੰਗਾ ਹੁਣ ਹੋਰ ਕਿਹੜਾ ਜਾਇਦਾਦ ਵੰਡਾਉਣ ਵਾਲਾ ਜੰਮ ਪੈਣਾ ਹੈ। ਪਿਓ ਨੂੰ ਇਸ ਗੱਲੋਂ ਮੱਚ ਚੜਿਆ ਤੇ ਉਹ ਹੁਣ ਜਿੱਦੇ ਚੜ ਕੇ ਵਿਆਹ ਕਰਾਉਣ ਲੱਗਾ ਏ ਵੀ ਛੇਤੀ ਨਾਲ ਸਾਰੀ ਤੇ ਨਾ ਸਾਂਭ ਲੈਣਗੇ। ਕੌਰਾਂ ਉਂਗਲ ਮੂੰਹ ਵਿੱਚ ਪਾ ਕੇ ਸਿਰ ਹਿਲਾ ਕੇ ਹਾਏ ਹਾਏ ਬੁੱਢੇ ਬਾਰੇ ਮੱਤ ਮਾਰੀ ਗਈ। ਧੌਲਾ ਝਾਟਾ ਆਟਾ ਖਰਾਬ। ਪਰ ਰਾਣੀ ਇਹ ਗੱਲ ਹੈ ਸੱਚੀ। ਨੈਣ ਬੇਬੇ ਕੀ ਕਹਾਂ, ਸੱਚ ਏ ਕਿ ਝੂਠ। ਸੁਣਨ ਵਿੱਚ ਇਸੇ ਤਰ੍ਹਾਂ ਆਈ ਹੈ। ਕੌਰਾਂ ਠੀਕ ਹੋਣਾ ਹੈ, ਠੀਕ ਹੋਣਾ ਹੈ। ਖਲਕਤ ਐਵੇਂ ਨਹੀਂ ਲੈ ਉੱਠਦੀ। ਖਲਕਤ ਭਾਵ ਦੁਨੀਆ ਐਵੇਂ ਕਿਸੇ ਦੀ ਗੱਲ ਨਹੀਂ ਕਰਦੀ। ਅਗਰ ਕੁਛ ਸੱਚਾਈ ਹੋਏਗੀ ਤਾਂ ਹੀ ਗੱਲ ਕਰਦੀ ਹੈ। ਨੈਣ ਬੇਬੇ ਸਭ ਕੁਝ ਸੰਯੋਗਾਂ ਦੇ ਵਾਸਤੇ ਬੰਦਾ ਕੀ ਕਰ ਸਕਦਾ ਹੈ। ਅੱਛਾ ਮੈਂ ਹੁਣ ਚੱਲਦੀ ਹਾਂ, ਅਜੇ ਮੈਂ ਬਹੁਤ ਘਰੀ ਜਾਣਾ ਹੈ। ਹੁਣ ਨੈਣ ਵੀ ਸੰਯੋਗਾਂ ਦੇ ਗਲ ਮੜ ਦਿੰਦੀ ਹੈ ਕਿ ਜੇਕਰ ਸੰਯੋਗ ਹੈਗੇ ਆ ਤਾਂ ਉਹੀ ਹੋਣਾ ਹੈ ਜੋ ਸੰਯੋਗ ਚਾਹੁੰਦੇ ਆ। ਕੌਰਾਂ ਹਾਏ ਜਾਨ ਬੜੀ ਦੁੱਖ ਦੇ ਮੂੰਹ ਆਈ ਏ। ਨੈਣ ਨਹੀਂ ਬੇਬੇ ਏਡੀ ਘਬਰਾਹਟ ਦੀ ਕੀ ਲੋੜ ਏ। ਹੋਰ ਬਥੇਰੇ ਕੁੜੀਆਂ ਵੀ ਕਦੀ ਕੁਵਾਰੀਆਂ ਰਹੀਆਂ ਨੇ। ਤੁਰਨ ਉੱਠਦੀ ਹੈ ਹੁਣ ਨੈਣ, ਉੱਥੋਂ ਤੁਰਨ ਲੱਗਦੀ ਹੈ। ਕੌਰਾਂ ਉੱਠ ਕੇ ਤੇ ਨੈਣ ਕੋਲ ਜਾ ਕੇ ਵੇਖੋ ਨਾ ਰਾਣੀ, ਸਾਡੇ ਤੁਹਾਡੇ ਲੋਕਾਂ ਦੇ ਪੜਦੇ ਇੱਕ ਹੁੰਦੇ ਨੇ। ਵੇਖੀ ਅੱਗੇ ਨਾ ਗੱਲ ਕਰੀ ਕਿਤੇ, ਨਹੀਂ ਤਾਂ ਗੱਲ ਸਾਰੇ ਉੱਡ ਜਾਏਗੀ ਤੇ ਇੱਜ਼ਤ ਲੱਖੀ ਤੇ ਹਜ਼ਾਰੀ ਹੱਥ ਨਹੀਂ ਆਉਂਦੀ। ਨੈਣ ਨਹੀਂ ਬੇਬੇ ਤੂੰ ਤਸੱਲੀ ਰੱਖ, ਅਸੀਂ ਇਹੋ ਜਿਹੇ ਲੋਕੀ ਨਹੀਂ। ਸਾਨੂੰ ਸਾਰਿਆਂ ਦੀਆਂ ਗੱਲਾਂ ਦਾ ਪਤਾ ਹੈ। ਜੇ ਇੱਦਾਂ ਅਸੀਂ ਦੱਸਦੇ ਫਿਰੀਏ ਤਾਂ ਗੁਜ਼ਾਰਾ ਕਿੱਦਾਂ ਚੱਲੇਗਾ। ਹੁਣ ਨੈਣ ਭਰੋਸਾ ਦਵਾਉਂਦੀ ਹੈ ਕਿ ਉਹ ਅੱਗੇ ਗੱਲ ਨਹੀਂ ਕਰੇਗੀ। ਅੱਗੇ ਕੌਰਾਂ ਅੱਛਾ ਰਾਣੀ ਚੇਤਾ ਰੱਖੀ ਭੁੱਲੀ ਨਾ। ਹੁਣ ਬਾਰ-ਬਾਰ ਉਹ ਕੌਰਾਂ ਜ਼ੋਰ ਦਿੰਦੀ ਹੈ ਕਿ ਉਹ ਕਿਸੇ ਕੋਲ ਅੱਗੇ ਗੱਲ ਨਾ ਕਰੇ। ਨੈਣ ਤੂੰ ਜ਼ਰਾ ਵੀ ਤੌਖਲਾ ਨਾ ਕਰ। ਨੈਣ ਇਹ ਕਹਿ ਕੇ ਚਲੀ ਜਾਂਦੀ ਹੈ। ਕੌਰਾਂ ਵੇਖੋ ਕੋਈ ਕਰਮਾਂ ਦੀ ਗੱਲ ਜੇ, ਜਿਹੜਾ ਢੋ ਬਣਾਉਂਦੇ ਆ ਉਹਦੇ ਵਿੱਚ ਹੀ ਕੋਈ ਵਿਘਨ ਪੈ ਜਾਂਦਾ ਹੈ। ਬੜੇ ਵਕਤਾਂ ਨਾਲ ਸਬੱਬ ਬਣਿਆ ਸੀ, ਸੋ ਇਹਦੇ ਤੋਂ ਵੀ ਜੀ ਖੱਟਾ ਹੋ ਗਿਆ। ਸਗੋਂ ਉਲਟੀ ਚਿੰਤਾ ਚੰਬੜ ਗਈ ਏ ਵੀ ਜੇ ਨੈਣ ਨੇ ਕਿਤੇ ਅੱਗੇ ਗੱਲ ਕਰ ਦਿੱਤੀ ਤਾਂ ਸਾਰੇ ਉੱਡ ਜਾਓ। ਘਰੋਂ ਖਾਲੀ ਨਹੀਂ ਸੀ ਜਾਣ ਦੇਣਾ ਚਾਹੀਦਾ। ਅੱਛਾ ਹੁਣ ਜਾ ਕੇ ਕੁਝ ਦੇ ਆਉਣੀ ਆ। ਸੰਦੂਕ ਖੋਲ ਕੇ ਉਸਦੇ ਵਿੱਚੋਂ ਇੱਕ ਚੁੰਨੀ ਕੱਢਦੀ ਹੈ ਤੇ ਥੋੜ੍ਹੇ ਜਿਹੇ ਚੌਲ ਉਹਦੇ ਲੜ ਬੰਨ੍ਹ ਲੈਂਦੀ ਹੈ। ਲਾਜੋ ਤੂੰ ਇੱਥੇ ਰਹੋ, ਜਦੋਂ ਤੇਰਾ ਭਾਈ ਆਵੇ ਤਾਂ ਉਹਨੂੰ ਕਹੀਂ ਵੀ ਮੈਂ ਹੁਣੇ ਹੀ ਆਉਣੀ ਆ। ਲਾਜੋ ਨਾ ਨਾ ਮੈਂ ਵੀ ਨਾਲ ਚੱਲੂ, ਮੈਂ ਇਕੱਲੀ ਨਹੀਂ ਬਹਿਣਾ ਇੱਥੇ। ਕੌਰਾਂ ਮੈਂ ਆਈ ਕਿ ਆਈ, ਤੂੰ ਬੈਠ ਇੱਥੇ। ਚੱਲ ਉੱਤੋਂ ਬੀਬੀ ਲੈ ਲੈ ਤੇ ਨਾਲੇ ਗੁੱਡੀਆਂ ਨਾਲ ਖੇਡ। ਲਾਜੋ ਬੀਬੀ ਵੱਲੋਂ ਖੁਸ਼ ਹੋ ਕੇ ਅੱਛਾ ਅੱਛਾ ਛੇਤੀ ਆਵੀਂ। ਆਪਣੀਆਂ ਗੁੱਡੀਆਂ ਵੱਲ ਦੌੜ ਜਾਂਦੀ ਹੈ। ਕੌਰਾਂ ਚਲੀ ਜਾਂਦੀ ਹੈ। ਆਹ ਜੀ ਅਸੀਂ ਗੁੱਡੀਆਂ ਨੂੰ ਕੱਪੜੇ ਪਾਵਾਂਗੇ। ਗੁੱਡੀਆਂ ਨੂੰ ਪੱਛੀ ਵਿੱਚੋਂ ਕੱਢਦੀ ਹੈ। ਪਹਿਲੋਂ ਇਹਨੂੰ ਇੱਕ ਗੁੱਡੀ ਨੂੰ ਜ਼ਮੀਨ ਉੱਤੇ ਬਿਠਾਉਂਦੀ ਹੈ। ਬਹਿ ਜਾ। ਗੁੱਡੀ ਡਿੱਗ ਪੈਂਦੀ ਹੈ। ਕਿਉਂ ਨਹੀਂ ਰੁੱਸ ਗਈ ਹੈ। ਉਹਨੂੰ ਫੇਰ ਚੁੱਕ ਕੇ ਬਿਠਾਲਦੀ ਹੈ। ਬਹਿ ਜਾ ਬਹਿ, ਮੈਂ ਤੈਨੂੰ ਚੀਜੀ ਦੇਵਾਂਗੀ। ਗੁੱਡੀ ਫੇਰ ਡਿੱਗ ਪੈਂਦੀ ਹੈ। ਨਹੀਂ ਅਜੇ ਵੀ ਰੁੱਸੀ ਪਈ ਏ, ਜਾਂ ਫਿਰ ਸਿੱਧਾ ਕਹੋ ਵੀ ਨੀਂਦ ਆਈ ਏ। ਗੁੱਡੀ ਨੂੰ ਜ਼ਮੀਨ ਉੱਤੇ ਲਿਟਾ ਕੇ ਥਾਪੜਦੀ ਹੈ। ਚੰਗਾ ਸੌਂ ਜਾ ਭਲਾ। ਇੱਕ ਗੁੱਡੀ ਨੂੰ ਕੱਢ ਕੇ ਬਿਠਾਲਦੀ ਹੈ। ਉਹ ਵੀ ਡਿੱਗ ਪੈਂਦੀ ਹੈ। ਨਹੀਂ ਤੂੰ ਵੀ ਰੁੱਸ ਗਈ, ਚੰਗਾ ਮੈਂ ਵਿਆਹ ਕਰ ਦਿੰਦੀ ਆ। ਦੋ ਹੋਰ ਗੁੱਡੀਆਂ ਕੱਢ ਕੇ ਵੇਖਦੀ ਹੈ। ਇੱਕ ਵੱਡੀ ਹੈ ਤੇ ਇੱਕ ਛੋਟੀ। ਦੋਹਾਂ ਨੂੰ ਚੰਗੀ ਤਰ੍ਹਾਂ ਵੇਖ ਕੇ ਇਹਦੇ ਨਾਲ
ਕਿ ਇਹਦੇ ਨਾਲ ਦੋਹਾਂ ਨੂੰ ਜ਼ਮੀਨ 'ਤੇ ਬਿਠਾ ਕੇ ਊਂ ਹੂੰ ਇੱਕ ਨਿੱਕੀ ਏ ਉਹਦੇ ਨਾਲ ਹੀ ਉਹ ਵੱਡੀ ਏ। ਉਹ ਗੁੱਡੀਆਂ ਨੂੰ ਬਦਲ ਦਿੰਦੀ ਹੈ। ਹੁਸ਼ਿਆਰਚੰਦ ਆਉਂਦਾ ਹੈ। ਹੁਸ਼ਿਆਰਚੰਦ ਕੀ ਕਹਿੰਦਾ, ਮੁੰਨੀ ਮਾਂ ਕਿੱਥੇ ਈ? ਲਾਜੋ ਹੈਰਾਨ ਹੋ ਕੇ ਸਿਰ ਚੁੱਕ ਕੇ ਪਿਓ ਵੱਲ ਵੇਖਦੀ ਹੈ। ਕਹਿੰਦੀ ਸੀ ਮੈਂ ਹੁਣੇ ਆਉਣੀ ਆ। ਹੁਸ਼ਿਆਰਚੰਦ ਹੱਸ ਕੇ, ਮੈਂ ਪੁੱਛਣਾ ਉਹ ਹੈ ਕਿੱਥੇ? ਲਾਜੋ, ਉਹ ਕਹਿੰਦੀ ਸੀ ਮੈਂ ਛੇਤੀ ਆਵਾਂਗੀ, ਭਾਈਆ ਆਵੇ ਤਾਂ ਉਹਨੂੰ ਕਹਿ ਦਵੀਂ ਵੀ ਮੈਂ ਛੇਤੀ ਆਵਾਂਗੀ। ਹੁਸ਼ਿਆਰਚੰਦ, ਕਿੱਡੀ ਕਮਲੀ ਏ, ਜੇ ਸੱਦ ਲਿਆ ਉਹਨੂੰ ਕਹੋ ਛੇਤੀ ਆਵੇ। ਲਾਜੋ, ਠਹਿਰ ਜਾ, ਮੈਂ ਗੁੱਡੀਆਂ ਨੂੰ ਰੱਖ ਕੇ ਜਾਊਂ। ਹੁਸ਼ਿਆਰਚੰਦ, ਭੱਜ ਕੇ ਜਾ ਛੇਤੀ। ਲਾਜੋ ਦੌੜ ਜਾਂਦੀ ਹੈ। ਬੇਬੇ ਬੇ ਹੁਸ਼ਿਆਰਚੰਦ, ਜਦੋਂ ਵੇਖੋ ਉਦੋਂ ਬਾਹਰ, ਪਤਾ ਨਹੀਂ ਬੁੱਢੀਆਂ ਦੇ ਘਰ ਪੈਰ ਕਿਉਂ ਨਹੀਂ ਲੱਗਦੇ। ਲਾਜੋ ਤੇ ਕੌਰਾਂ ਆਉਂਦੀਆਂ ਹਨ। ਲਾਜੋ ਮਾਂ ਨੂੰ ਦੁਪੱਟੇ ਤੋਂ ਫੜੀ ਆਉਂਦੀ ਹੈ। ਲੈ ਭਾਈਆ ਆ ਗਈ ਹੂੰ। ਇਹ ਅੱਗੇ ਹੀ ਹੌਲੀ ਹੌਲੀ ਆਉਂਦੀ ਸੀ ਪਈ। ਆਪਣੀਆਂ ਗੁੱਡੀਆਂ ਵੱਲ ਚਲੀ ਜਾਂਦੀ ਹੈ। ਹੁਸ਼ਿਆਰਚੰਦ, ਤੂੰ ਕਿੱਥੇ ਜਾ ਕੇ ਬਹਿ ਗਈ ਸੈਂ? ਕੌਰਾਂ, ਤੇਰੇ ਕਾਰੇ ਮੈਨੂੰ ਜ਼ਹਿਰ ਲੱਗਦੇ ਨੇ। ਤੂੰ ਮੈਨੂੰ ਕੋਈ ਗੱਲ ਠੀਕ ਨਹੀਂ ਦੱਸਦਾ। ਜਦੋਂ ਦੱਸਦਾ ਹੈ ਝੂਠ ਦੱਸਦਾ ਹੈ। ਮੈਂ ਤੇਰੇ ਹੱਥੋਂ ਸੱਤ ਗਈ ਹਾਂ। ਹੁਣ ਕੌਰਾਂ ਘਬਰਾਉਂਦੀ ਹੈ ਅਤੇ ਆਪਣੇ ਪਤੀ ਹੁਸ਼ਿਆਰਚੰਦ ਦੇ ਨਾਲ ਲੜਨ ਦੇ ਲਹਿਜੇ ਨਾਲ ਬੋਲਦੀ ਹੈ। ਹੁਸ਼ਿਆਰਚੰਦ, ਕੀ ਹੋ ਗਿਆ ਤੈਨੂੰ? ਭੰਗ ਪੀਤੀ ਹੋ ਕਿ ਕੁਝ ਚੰਬੜ ਗਿਆ ਈ ਕਿਤੇ? ਕਿਉਂ ਇੰਨਾ ਰੌਲਾ ਪਾਉਣ ਡਈ ਹੋਈ ਹੈ ਐਵੇਂ? ਕੌਰਾਂ, ਜੇ ਉਹ ਮੈਨੂੰ ਨਾ ਦੱਸਦੀ ਤਾਂ ਖਬਰੇ ਕੀ ਹੋ ਜਾਣਾ ਸੀ। ਤੂੰ ਮੇਰਾ ਜੀ ਸਾੜ ਸੁੱਟਿਆ ਏ। ਹੁਸ਼ਿਆਰਚੰਦ, ਪਰ ਤੂੰ ਗੱਲ ਤਾਂ ਦੱਸ ਪਈ ਹੋਇਆ ਕੀ ਏ? ਕੌਰਾਂ, ਸੁਣ ਤੂੰ ਮੇਰੀ ਇੱਕ ਗੱਲ, ਇੱਧਰ ਦਾ ਸੂਰਜ ਉੱਧਰ ਹੋ ਜਾਏ ਪਰ ਮੈਂ ਤੈਨੂੰ ਆਪਣੀ ਮੋਰਨੀ ਵਰਗੀ ਧੀ ਦਾ ਗਲ ਨਹੀਂ ਵੱਢਣ ਦੇਣਾ। ਅਸੀਂ ਜੰਡਪੁਰੇ ਵਾਲਾ ਸਾਕ ਨਹੀਂ ਕਰਨਾ। ਮੈਂ ਸਭ ਕੁਝ ਸੁਣ ਬੈਠੀ ਹਾਂ। ਹੁਸ਼ਿਆਰਚੰਦ, ਕਿਹੜੀ ਖਸਮ ਖਾਣੀ ਤੇਰੇ ਕੰਨ ਭਰ ਗਈ ਏ? ਦੱਸ ਖਾਂ ਮੈਂ ਉਹਨੂੰ ਗੁੱਤੋਂ ਫੜਾਂ। ਕੌਰਾਂ, ਬਸ ਮੈਂ ਤੈਨੂੰ ਕਹਿ ਦਿੱਤਾ ਈ, ਮੈਂ ਬੁੱਢੇ ਦੇ ਲੜ ਧੀ ਨਹੀਂ ਲਾਉਣੀ। ਮੈਂ ਲੋਕਾਂ ਨੂੰ ਕੀ ਮੂੰਹ ਵਿਖਾਵਾਂਗੀ। ਹੁਸ਼ਿਆਰਚੰਦ, ਹੈਂ ਵੇਖੋ, ਬੱਕਰੀ ਜਾਨੋਂ ਗਈ ਤੇ ਖਾਣ ਵਾਲਿਆਂ ਸਵਾਦ ਨਾ ਪਾਇਆ। ਰੋਜ਼ ਕਹਿੰਦੀ ਸੀ ਤੇ ਮੈਂ ਢੂੰਡ ਤਲਾਸ਼ ਵਿੱਚ ਖੱਪ ਗਿਆ, ਤੇ ਜੇ ਹੁਣ ਲੱਭਿਆ ਏ ਤਾਂ ਉਲਟਾ ਮੇਰੇ ਸਿਰ ਹੋਣ ਡਈ ਏ। ਕੌਰਾਂ, ਮੈਥੋਂ ਇਹ ਨਮੋਸ਼ੀ ਨਹੀਂ ਜਰੀ ਜਾਂਦੀ। ਕਿੱਦਾਂ ਮੂੰਹ ਵਿਖਾਵਾਂਗੇ ਅਸੀਂ ਕਿਤੇ? ਤੂੰ ਮੈਨੂੰ ਪਹਿਲਾਂ ਦੀ ਕਿਉਂ ਨਹੀਂ ਠੀਕ ਠੀਕ ਦੱਸਿਆ? ਮੈਂ ਇਹ ਸਾਗ ਨਹੀਂ ਮੰਨਣਾ। ਹੁਸ਼ਿਆਰਚੰਦ, ਚੰਗਾ ਨਹੀਂ ਮੰਨਣਾ ਤਾਂ ਨਾ ਮੰਨ। ਗੱਲ ਤੇਰੇ ਉੱਤੇ ਨਹੀਂ ਆੜੀ ਬੈਠੀ। ਮੈਂ ਆਪਣਾ ਫਾਇਦਾ ਵੇਖਾਂ ਕਿ ਤੈਨੂੰ ਮਨਾਉਂਦਾ ਫਿਰਾਂ। ਮੈਨੂੰ ਪਤਾ ਸੀ ਤੂੰ ਐਵੇਂ ਕਰਨਾ ਏ ਤੇ ਇਹਦਾ ਬੰਦੋਬਸਤ ਮੈਂ ਪਹਿਲਾਂ ਹੀ ਕਰ ਲਿਆ ਹੋਇਆ। ਹੁਣ ਮੰਨ ਭਾਵੇਂ ਨਾ ਮੰਨ, ਸ਼ਗਨ ਅੱਗੇ ਹੀ ਭੇਜ ਛੱਡਿਆ ਹੋਇਆ ਏ ਤੇ ਵਿਆਹ ਦੀਆਂ ਤਿਆਰੀਆਂ ਵੀ ਸਾਰੀਆਂ ਠੀਕ ਠਾਕ ਨੇ। ਮਰਦ ਜਨਾਨੀਆਂ ਦੀਆਂ ਸਲਾਹਾਂ ਲੈਣ ਲੱਗਣ ਤਾਂ ਢੇਰ ਪੂਰੀਆਂ ਹੋਣ। ਹੁਣ ਹੁਸ਼ਿਆਰਚੰਦ ਕਿਸੇ ਦੀ ਗੱਲ ਸੁਣਨ ਦੇ ਲਈ ਤਿਆਰ ਨਹੀਂ ਹੈ। ਆਪਣੀ ਪਤਨੀ ਦੀ ਗੱਲ ਸੁਣਨ ਦੇ ਲਈ ਤਿਆਰ ਨਹੀਂ ਹੈ ਤੇ ਅੜਿਆ ਹੋਇਆ ਕਿ ਉਹ ਵਿਆਹ ਕਰਕੇ ਹੀ ਛੱਡੇਗਾ। ਕੌਰਾਂ, ਵਿਆਹ ਦੇ ਫਿਰ ਜਿਹੜੀ ਮਾਂ ਨੂੰ ਵਿਆਹੁਣਾ ਏ, ਮੈਂ ਮੇਲੋ ਨੂੰ ਲੈ ਕੇ ਕੱਲ ਪੇਕੇ ਚੱਲੀ ਜਾਵਾਂਗੀ ਤੇ ਮੁੜ ਤੇਰੇ ਕਦੀ ਮੂੰਹ ਨਹੀਂ ਵੇਖਾਂਗੀ। ਹੁਸ਼ਿਆਰਚੰਦ, ਵਾਹ ਵਾਹ, ਕੱਲ ਜਾਂਦੀ ਤੂੰ ਮੇਰੇ ਵੱਲੋਂ ਅੱਜ ਚਲੀ ਜਾ। ਸਗੋਂ ਚੰਗਾ, ਜੰਝ ਅੱਜ ਆਉਣ ਵਾਲੀ ਏ ਤੇ ਲਾਵਾਂ ਅੱਜ ਰਾਤ ਹੀ ਹੋ ਜਾਣੀਆਂ ਨੇ। ਜਾ 100 ਵਾਰੀ ਜਾ। ਹੁਣ ਤੈਨੂੰ ਜਾਣਦਿਆਂ ਦੀ ਸਹੁੰ ਹੈ ਜੇ ਅਟਕੇ ਤਾਂ ਜਾ, ਹੁਣ ਪਾਂਦਾ ਨਾ ਪੁੱਛ। ਕੌਰਾਂ, ਹਾਏ ਵੇ, ਮੈਂ ਤਾਂ ਜਿਉਂਦੀ ਮਰ ਗਈ। ਨਿੱਜ ਤੇਰੇ ਲੜ ਲੱਗਦੀ, ਮੈਂ ਫਾਹ ਲੈ ਲੂੰ, ਤੇਰੇ ਸਿਰ ਚੜ੍ਹ ਕੇ ਮਰ ਜਾਊਂ। ਇਸ ਵੇਲੇ ਮੇਲੋ ਆਉਂਦੀ ਹੈ ਤੇ ਦਰਵਾਜ਼ੇ ਪਿੱਛੇ ਲੁੱਕ ਕੇ ਇਹ ਗੱਲਾਂ ਸੁਣਦੀ ਹੈ। ਤੂੰ ਵੀ ਆਪਣੀ ਆਈ ਕਰ ਲੈ। ਹਾਏ ਵੇ ਹਨੇਰ ਜੇ। ਹੁਸ਼ਿਆਰਚੰਦ, ਵੇਖੋ ਜੀ, ਨਿਹੱਕ ਝਗੜਾ ਪਾਇਆ ਹੋਇਆ ਹੈ। ਕਿੱਥੋਂ ਜਾਨਵਰਾਂ ਨਾਲ ਬਾਹ ਪੈ ਗਿਆ ਹੈ। ਕੌਰਾਂ, ਬਸ ਇੱਕ ਤੂੰ ਚਤਰ ਰਹਿ ਗਿਆ ਏ। ਖਬਰੇ ਤੇਰੀਆਂ ਚਤਰਾਈਆਂ ਕੀ ਚੰਦ ਚਾੜਨਾ ਏ। ਲੋਕ ਲਾਜ ਤੈਨੂੰ ਨਾ, ਸ਼ਰਮ ਹਿਆ ਤੈਨੂੰ ਨਾ। ਤੈਨੂੰ ਤਾਂ ਆਪਣੇ ਸਾਕਾਂ ਦੀ ਵੀ ਸ਼ਰਮ ਨਹੀਂ। ਹੁਸ਼ਿਆਰਚੰਦ, ਐਵੇਂ ਬੱਕੜਵਾ ਨਾ ਕਰੀ ਜਾ। ਸੁਣ ਧਿਆਨ ਨਾਲ ਮੇਰੀ ਗੱਲ ਸੁਣ। ਮੈਂ ਜੋ ਕੁਝ ਕੀਤਾ ਹੈ ਆਪਣੇ ਫਾਇਦੇ ਲਈ ਕੀਤਾ ਏ। ਕੌਰਾਂ, ਸਵਾਹ ਤੇ ਮਿੱਟੀ। ਹੁਸ਼ਿਆਰਚੰਦ, ਪਾਗਲ ਹੋ ਗਈ ਏ ਤੂੰ? ਸਿਰ ਫਿਰ ਗਿਆ ਏ ਤੇਰਾ। ਸੁਣ, ਸੁੱਖ ਨਾਲ 2 ਕੁੜੀਆਂ ਵਿਆਹੁਣ ਵਾਲੀਆਂ ਬੂਹੇ ਬੈਠੀਆਂ ਨਹੀਂ। ਕੌਰਾਂ, ਫੇਰ? ਹੁਸ਼ਿਆਰਚੰਦ, ਤੇ ਸਾਰੀ ਉਮਰ ਖਾਣ ਲਈ ਪਈ ਊ। ਕੌਰਾਂ, ਫੇਰ? ਹੁਸ਼ਿਆਰਚੰਦ, ਤੇ ਕਰਜ਼ੇ ਵਾਲਿਆਂ ਨੇ ਗਲ ਘੁੱਟ ਦਿੱਤਾ ਹੋਇਆ ਈ। ਕੌਰਾਂ, ਫੇਰ? ਹੁਸ਼ਿਆਰਚੰਦ,
ਕੀ ਹੋ ਗਿਆ ਹੈ ਤੈਨੂੰ? ਭੰਗ ਪੀਤੀ ਓ? ਸੌਰੀ। ਹੁਸ਼ਿਆਰਚੰਦ, ਰਹਿੰਦੀ ਰਿਣੀ ਚੁਣੀ ਵੀ ਕੁਰਕ ਕਰਾ ਲੈਣਗੇ। ਕੌਰਾਂ, ਫੇਰ? ਹੁਸ਼ਿਆਰਚੰਦ, ਤੇ ਤੇਰੇ ਘਰ ਤਾਂ ਰਾਤ ਦੇ ਖਾਣ ਜੋਗਾ ਵੀ ਨਹੀਂ ਹੈਗਾ। ਕੌਰਾਂ ਬਾਰ-ਬਾਰ ਫੇਰ ਦੇ ਵਿੱਚ ਉਹ ਜਵਾਬ ਦਿੰਦੀ ਰਹੀ। ਹੁਸ਼ਿਆਰਚੰਦ, ਫੇਰ ਕੀ? ਮੈਂ ਤਾਂ ਉਹ ਹੀਲਾ ਸੋਚਿਆ ਸੀ ਜਿਹਦੇ ਨਾਲ ਸੱਪ ਵੀ ਮਰ ਜਾਵੇ ਤੇ ਸੋਟੀ ਵੀ ਨਾ ਟੁੱਟੇ। ਕੌਰਾਂ, ਮੈਂ ਤੇਰੀ ਗੱਲ ਨਹੀਂ ਸਮਝੀ। ਹੁਸ਼ਿਆਰਚੰਦ, ਤਦੇ ਤਾਂ ਮੈਂ ਕਹਿਣਾ ਵੀ ਤੂੰ ਬੇਵਕੂਫ ਏ। ਹੋਰ ਬੇਵਕੂਫਾਂ ਦੇ ਸਿਰ ਕੋਈ ਸਿੰਗ ਹੁੰਦੇ ਨੇ? ਕੌਰਾਂ, ਫਿਰ ਵਲ ਕਿਉਂ ਪਾਉਣਾ ਏ? ਸਿੱਧੀ ਗੱਲ ਕਿਉਂ ਨਹੀਂ ਕਰਦਾ? ਹੁਸ਼ਿਆਰਚੰਦ, ਮੈਂ ਪੁੱਛਣਾ ਇਹ ਸਾਰਾ ਖਰਚ ਕਿੱਥੋਂ ਕਰਨਾ ਈ? ਕੌਰਾਂ, ਮੈਂ ਕੀ ਜਾਣਾ ਕਿੱਥੋਂ? ਹੁਸ਼ਿਆਰਚੰਦ, ਤਦੇ ਐਡਾ ਰੌਲਾ ਪਾਉਣ ਡਈ ਹੋਈ ਏ। ਠਹਿਰ। ਹੁਣ ਹੁਸ਼ਿਆਰਚੰਦ ਕੋਠੜੀ ਦੇ ਅੰਦਰ ਜਾਂਦਾ ਹੈ ਤੇ ਰੁਪਇਆਂ ਦੀ ਥੈਲੀ ਲਿਆ ਕੇ ਉਹਦੇ ਪੈਰਾਂ ਕੋਲ ਸੁੱਟਦਾ ਹੈ। ਵੇਖ, ਫਾਹ ਨਾ ਲੈ, ਇਹ ਲੈ। ਹੁਣ ਕੌਰਾਂ ਥੈਲੀ ਨੂੰ ਟਿਕਟਕੀ ਬੰਨੀ ਵੇਖਦੀ ਹੈ। ਰੁਪਈਏ? ਹੁਸ਼ਿਆਰਚੰਦ, ਹਾਂ ਰੁਪਈਏ। ਕੌਰਾਂ, ਕਿੱਥੋਂ? ਹੁਸ਼ਿਆਰਚੰਦ, ਜੰਡਪੁਰਿਓਂ। ਕੌਰਾਂ ਹੈਰਾਨ ਹੁੰਦੀ ਹੈ। ਜੰਡਪੁਰਿਓਂ? ਹੁਸ਼ਿਆਰਚੰਦ ਥੈਲੀ ਨੂੰ ਚੁੱਕ ਕੇ, ਲੈ ਫੜ, ਇਹਨੂੰ ਟੋਹ ਕੇ ਵੇਖ। ਕੌਰਾਂ ਹੌਲੀ ਹੌਲੀ ਕੱਢਦੀ ਹੈ ਤੇ ਹੁਸ਼ਿਆਰਚੰਦ ਰੁਪਈਆਂ ਦੀ ਥੈਲੀ ਉਹਦੇ ਹੱਥਾਂ 'ਤੇ ਰੱਖ ਦਿੰਦਾ ਹੈ। ਹੈਂ ਇੰਨਾ? ਜ਼ਮੀਨ 'ਤੇ ਬੈਠ ਜਾਂਦੀ ਹੈ ਤੇ ਥੈਲੀ ਖੋਲ੍ਹ ਕੇ 2 ਮੁੱਠਾਂ ਰੁਪਈਆਂ ਦੀਆਂ ਭਰ ਕੇ ਕੱਢਦੀ ਹੈ। ਆਹਾ ਆਹਾ, ਪਰ ਲੋਕੀ ਕੀ ਕਹਿਣਗੇ? ਸਾਡੇ ਸਾਕ ਅੰਗ ਕੀ ਆਖਣਗੇ? ਹੁਣ ਤੁਸੀਂ ਇਸ ਵਾਰਤਾਲਾਪ ਨੂੰ ਪੜ੍ਹ ਕੇ ਸਮਝ ਗਏ ਹੋਵੋਗੇ ਕਿ ਹੁਸ਼ਿਆਰਚੰਦ ਨੇ ਕੌਰਾਂ ਨੂੰ ਲਾਲਚ ਵਿੱਚ ਫਸਾ ਲਿਆ। ਹੁਣ ਕੌਰਾਂ ਆਪਣੀ ਧੀ ਦਾ ਉਸ ਦੁਹਾਜੂ ਬੁੱਢੇ ਵਿਅਕਤੀ ਦੇ ਨਾਲ ਵਿਆਹ ਕਰਨ ਦੇ ਲਈ ਰਾਜੀ ਹੋ ਜਾਏਗੀ। ਮੇਲੋ ਇਸ ਵੇਲੇ ਫਿਰ ਦਰਵਾਜ਼ੇ ਵਿੱਚ ਖੜੀ ਸੁਣਦੀ ਦਿਖਾਈ ਦਿੰਦੀ ਹੈ। ਹੁਸ਼ਿਆਰਚੰਦ, ਗੋਲੀ ਮਾਰ ਸਾਕਾਂ ਅੰਗਾਂ ਨੂੰ, ਖਾਣ ਨੂੰ ਦੇ ਜਾਂਦੇ ਨੇ ਸਾਨੂੰ ਕੋਈ। ਫਿਰ ਰੁਪਇਆਂ ਵੱਲ ਇਸ਼ਾਰਾ ਕਰਕੇ, ਅਸੀਂ ਕੋਈ ਐਡੀ ਅਨੋਖੀ ਗੱਲ ਕੀਤੀ ਏ? ਲੱਭੂ ਸ਼ਾਹ ਨੇ ਵਹੁਟੀ ਲਿਆਂਦੀ ਸੀ ਤੇ ਰੁਪਇਆ ਤੋਲ ਕੇ ਦੇ ਕੇ ਆਇਆ ਸੀ। ਕੌਰਾਂ ਸਿਰ ਹਿਲਾ ਕੇ, ਹਾਂ ਇਹ ਤਾਂ ਠੀਕ ਏ, ਤੇ ਨਾਲੇ ਲੋਕਾਂ ਤਾਂ ਗੱਲਾਂ ਕਰਨੀਆਂ ਹੀ ਹੋਈਆਂ। ਪਰ ਤੂੰ ਤਾਂ ਕਿਹਾ ਸੀ ਭਈ ਸ਼ਾਦੀ ਅੱਜ ਰਾਤੀ ਕਰ ਦੇਣੀ ਏ, ਤੇ ਅਸੀਂ ਤਾਂ ਤਿਆਰੀ ਕੋਈ ਨਹੀਂ ਕੀਤੀ। ਹੁਸ਼ਿਆਰਚੰਦ, ਤਸੱਲੀ ਰੱਖ, ਮੈਂ ਰਾਜੇ ਦੇ ਰਾਹੀਂ ਸਭ ਤਿਆਰੀਆਂ ਕੀਤੀਆਂ ਹੋਈਆਂ ਨੇ ਦੂਜੇ ਘਰ। ਬਸ ਹੁਣ ਫੇਰਿਆਂ ਦੀ ਦੇਰ ਹੈ। ਪਾਂਧਾ ਦੱਸਦਾ ਸੀ ਵੀ ਅੱਜ ਰਾਤ ਹੀ ਸ਼ੁਭ ਲਗਨ ਏ, ਕੱਲ ਤੋਂ ਸਿੰਗਤ ਪੈ ਜਾਣੀ ਏ। ਰੁਪਇਆਂ ਵੱਲ ਇਸ਼ਾਰਾ ਕਰਕੇ, ਇਹਨਾਂ ਨੂੰ ਸਾਂਭ ਕੇ ਰੱਖ ਲੈ, ਮੈਂ ਜਰਾ ਜੰਝ ਵੱਲੋਂ ਹੋ ਆਵਾਂ, ਘਰ ਛੱਡ ਕੇ ਨਾ ਜਾਈਂ। ਹੁਸ਼ਿਆਰਚੰਦ ਚਲਿਆ ਜਾਂਦਾ ਹੈ। ਕੌਰਾਂ ਹੱਥ ਰੁਪਇਆਂ ਵਾਲੀ ਥੈਲੀ ਵਿੱਚ ਪਾਈ, ਚੰਗਾ ਹੋਇਆ, ਸ਼ੁਕਰ ਏ ਰੱਬ ਦਾ, ਕੁੜੀ ਘਰੋਂ ਨਿਕਲੂ ਤੇ ਸਾਡੀ ਚਿੰਤਾ ਮੁੱਕੂ। ਰੱਬ ਕੁੜੀਆਂ ਕਿਸੇ ਨੂੰ ਨਾ ਦਏ, ਧੀਆਂ ਬੇਗਾਨਾ ਮਾਲ, ਇਹਨਾਂ ਦੇ ਬੜੇ ਫਿਕਰ ਹੁੰਦੇ ਨੇ। ਇੱਜ਼ਤ ਨਾਲ ਆਪਣੇ ਘਰ ਜਾਣ ਤਾਂ ਲੱਖ ਵੱਟੀ ਦਾ। ਹੁਣ ਮੈਂ ਰਾਣੀ ਨੂੰ ਮਿਲ ਆਵਾਂ, ਪਲ ਪਲਾਂ ਵਿੱਚ 100 ਕੰਮ ਪੈ ਜਾਣੇ ਨੇ ਲਾਜੋ ਨੂੰ। ਤੂੰ ਮੇਰੇ ਨਾਲ ਚੱਲੇਂਗੀ ਜਾਂ ਇੱਥੇ ਬੈਠਣਾ ਈ? ਹੁਣ ਦੇਖੋ, ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਕੌਰਾਂ ਕਿਉਂਕਿ ਗਰੀਬੀ ਹੈ ਤੇ ਕਰਜ਼ੇ ਦੇ ਨਾਲ ਵੀ ਪਰਿਵਾਰ ਦੱਬਿਆ ਹੋਇਆ ਹੈ ਤੇ 2 ਧੀਆਂ ਵੀ ਬੈਠੀਆਂ ਦਰਵਾਜ਼ੇ 'ਤੇ, ਤੇ ਇਸ ਮਜਬੂਰੀ ਕਰਕੇ ਉਸ ਮਾਂ ਦਾ ਅੰਦਰੋਂ ਉਹ ਵੀ ਤਿਆਰ ਹੋ ਜਾਂਦੀ ਹੈ, ਉਹਦਾ ਦਿਲ ਵੀ ਬਦਲ ਜਾਂਦਾ ਹੈ, ਮਨ ਉਹਦਾ ਬਦਲ ਜਾਂਦਾ ਹੈ ਤੇ ਉਹ ਵਿਆਹ ਕਰਨ ਦੇ ਲਈ ਰਾਜੀ ਹੋ ਜਾਂਦੀ ਹੈ। ਲਾਜੋ, ਮੈਂ ਤਾਂ ਨਾਲ ਹੀ ਚੱਲਾਂਗੀ। ਕੌਰਾਂ ਤੇ ਲਾਜੋ ਚਲੀਆਂ ਜਾਂਦੀਆਂ ਹਨ। ਮੇਲੋ ਅੰਦਰ ਆਉਂਦੀ ਹੈ। ਮੇਲੋ, ਸਮਝ ਨਹੀਂ ਕੁਝ ਆਉਂਦੀ, ਅੱਜ ਰਾਤ ਸ਼ਾਦੀ? ਕਿਹਦੀ ਸ਼ਾਦੀ? ਜੰਝ ਟੁੱਕਣ ਵਾਲੀ ਏ? ਕਿਹਦੀਆਂ ਗੱਲਾਂ ਕਰਦੇ ਸਨ? ਆਪਣੀਆਂ? ਨਹੀਂ, ਰੁਪਈਏ? ਕਿੱਥੋਂ? ਭਾਈਆ ਏਡਾ ਗੁੱਸੇ ਕਿਉਂ ਹੁੰਦਾ ਸੀ? ਅੱਛਾ, ਬੇਬੇ ਨੂੰ ਆ ਲੈਣ ਦਿਓ, ਆਪੇ ਸਾਰਾ ਪਤਾ ਲੱਗ ਜਾਊ। ਬੜੀ ਹੈਰਾਨੀ ਵਾਲੀ ਗੱਲ ਏ। ਅੱਛਾ, ਹੁਣ ਉਹ ਆਪਣੇ ਆਪ ਦੇ ਨਾਲ ਹੀ ਗੱਲਾਂ ਕਰਦੀ ਰਹਿੰਦੀ ਹੈ। ਇੱਕ ਆਵਾਜ਼ ਆਉਂਦੀ ਹੈ ਬਾਹਰੋਂ, ਨੀ ਮੇਲੋ। ਹੁਣ ਮੇਲੋ ਆਵਾਜ਼ ਨੂੰ ਪਛਾਣ ਕੇ, ਬਸੰਤੋ, ਨੀ ਬਾਹਰੋਂ ਕਿਉਂ ਟਾਰਾਂ ਮਾਰਨੀ ਏ? ਅੰਦਰ ਕਿਉਂ ਨਹੀਂ ਆਉਂਦੀ? ਬਸੰਤੋ ਆਉਂਦੀ ਹੈ। ਬਸੰਤੋ ਮਸ਼ਕਰੀ ਕਰਦੀ ਹੈ, ਮਤਲਬ ਮਜ਼ਾਕ ਕਰਦੀ ਹੈ। ਨੀ ਕੁੜੀਏ ਵਧਾਈਆਂ। ਮੇਲੋ, ਕਿਉਂ ਨਹੀਂ? ਹਰ ਵੇਲੇ ਨਾ ਛੇੜਦੀ ਰਿਹਾ ਕਰ। ਬਸੰਤੋ, ਅੱਛਾ ਤੂੰ ਸਮਝਦੀ ਏ ਭਈ ਮੈਂ ਤੈਨੂੰ ਛੇੜਨੀ ਆ, ਜਿੱਦਾਂ ਮੈਨੂੰ ਪਤਾ ਹੀ ਨਹੀਂ। ਤੇਰਾ ਵਿਆਹ ਹੋਣ ਵਾਲਾ ਏ, ਕੁੜੇ ਸਹੁਰੇ ਜਾ ਕੇ ਤਾਂ ਉੱਕਾ ਹੀ ਵਸਾਰ ਦੇਂਗੀ।
ਭਾਵ ਭੁੱਲ ਜਾਏਂਗੀ। ਮੇਲੋ, ਵਿਆਹ ਕਿਸੇ ਦਾ ਭਾਵੇਂ ਹੋਣਾ ਭਾਵੇਂ ਨਾ, ਤੂੰ ਛੇੜਨਾ ਜੋ ਹੋਇਆ। ਬਸੰਤੋ, ਭਲਾ ਇਹੋ ਜਿਹੀਆਂ ਗੱਲਾਂ ਵੀ ਕਦੀ ਲੁਕਦੀਆਂ ਰਹਿੰਦੀਆਂ ਨੇ, ਭਾਵੇਂ ਕੋਈ 100 ਵਾਰੀ ਲੁਕਾਵੇ। ਤੂੰ ਮੈਨੂੰ ਦੱਸ ਨਾ ਦੱਸ, ਮੈਨੂੰ ਅੱਗੇ ਹੀ ਪਤਾ ਹੈ। ਮੇਲੋ, ਹੈਂ, ਤੂੰ ਕੀ ਪੇ ਗੱਲਾਂ ਕਰਨੀ ਏ। ਬਸੰਤੋ, ਜਿੰਕੂ ਤੈਨੂੰ ਪਤਾ ਨਹੀਂ ਹੁੰਦਾ, ਦੇਖਾਂ ਭੁੱਲੀ ਨੈਣ ਹੁਣੇ ਹੀ ਤੁਹਾਡੇ ਘਰੋਂ ਗਈ ਏ। ਮੈਂ ਉਹਦੇ ਮੂੰਹੋਂ ਸਭ ਕੁਝ ਸੁਣ ਲਿਆ ਏ। ਕਹਿੰਦੀ ਏ ਤੇਰੇ ਸਹੁਰੇ ਉਹਦੇ ਪੇਕਿਆਂ ਦੇ ਲਾਗੇ ਹੀ ਹਨ। ਹੁਣ ਇੱਥੋਂ ਨੈਣ ਦੇ ਪਾਤਰ ਬਾਰੇ ਪਤਾ ਲੱਗਦਾ ਹੈ ਕਿ ਉਹ ਕਿਸੇ ਵੀ ਗੱਲ ਨੂੰ ਆਪਣੇ ਅੰਦਰ ਨਹੀਂ ਰੱਖ ਸਕਦੀ, ਅੱਗੇ ਅੱਗੇ ਉਹ ਗੱਲ ਕਰ ਦਿੰਦੀ ਹੈ। ਮੇਲੋ, ਮੈਨੂੰ ਭੁਲਾਉਣ ਲਈ ਸਾਰੀਆਂ ਗੱਲਾਂ ਤੂੰ ਆਪਣੇ ਮੂੰਹੋਂ ਪਈ ਬਣਾਉਣੀ ਹੈ। ਹੁਣ ਮੇਲੋ ਨੂੰ ਹਾਲੇ ਇਹ ਲੱਗਦਾ ਹੈ ਕਿ ਬਸੰਤੋ ਆਪਣੇ ਕੋਲੋਂ ਹੀ ਗੱਲਾਂ ਬਣਾਈ ਜਾਂਦੀ ਆ। ਬਸੰਤੋ, ਨਹੀਂ ਨਹੀਂ, ਸੱਚ ਕਹਿੰਦੀ ਆ, ਸਹੁਰੇ ਤੇਰੇ ਬੜੇ ਅਮੀਰ ਨੇ, ਤੂੰ ਬੜੀ ਭਾਗਾਂ ਵਾਲੀ ਹੈ, ਤੇਰੀ ਸੱਸ ਵੀ ਨਹੀਂ, ਸਗੋਂ ਚੰਗਾ ਲੜਿਆ ਨਾ ਕਰੂ। ਮੇਲੋ, ਤੂੰ ਛੇੜਨਾ ਜੂ ਹੋਇਆ, ਜਦੋਂ ਵੇਖੋ ਉਦੋਂ ਹੀ ਠੱਠਾ ਮਸ਼ਕਰੀ। ਆਹੋ ਜੀ, ਵਿਆਹੀ ਹੋਈ ਜੂ ਹੋਈ, ਦੂਜਿਆਂ ਨੂੰ ਛੇੜਨਾ ਤਾਂ ਹੋਇਆ ਫਿਰ ਆਪੇ। ਬਸੰਤੋ, ਘਾਬਰ ਨਾ ਨੀ, ਤੂੰ ਵੀ ਛੇਤੀ ਵਿਆਹੀ ਜਾਏਂਗੀ। ਤੇਰਾ ਘਰ ਵਾਲਾ ਸੁੱਖ ਨਾਲ ਬਾਬਿਆਂ ਵਰਗਾ ਏ। ਤੇਰੇ ਭਾਈਏ ਕੋਲੋਂ ਵੀ 10 ਬਰੇ ਵੱਡਾ ਦੱਸਦੇ ਨੇ। ਮੇਲੋ, ਚੁੱਪ ਨਹੀਂ, ਬਹੁਤਾ ਨਾ ਬੋਲ, ਰੱਬ ਕਰੇ ਤੈਨੂੰ ਇਹੋ ਜਿਹਾ ਜਵਾਈ ਜੁੜੇ। ਬਸੰਤੋ, ਪਰ ਮੈਂ ਤਾਂ ਮੇਲੋ ਸੱਚ ਕਹਿ ਰਹੀ ਹਾਂ, ਮਖੌਲ ਨਹੀਂ ਕਰਦੀ। ਪੁੱਤਾਂ ਪੋਤਰਿਆਂ ਵਾਲਾ ਏ। ਤੇ ਨਾਲੇ ਨੈਣ ਵੀ ਕਹਿੰਦੀ ਸੀ ਵੀ ਅਜੇ ਪਿਛਲੇ ਵਰੇ ਉਹਨੇ ਤੇਰੇ ਜਿੱਡੀ ਧੀ ਵਿਆਹੀ ਏ। ਮੇਲੋ, ਬਸ ਬਹੁਤਾ ਠੱਠਾ ਨਾ ਕਰ। ਬਸੰਤੋ, ਠੱਠਾ ਨਹੀਂ ਅੜੀਏ, ਮੈਂ ਸੱਚ ਕਹਿੰਦੀ ਆ ਪਈ। ਮੇਲੋ, ਮੈਨੂੰ ਤੇਰਾ ਯਕੀਨ ਨਹੀਂ। ਬਸੰਤੋ, ਗੰਭੀਰ ਹੋ ਕੇ, ਹੁਣ ਉਹਨੂੰ ਪਤਾ ਲੱਗ ਜਾਂਦਾ ਬਸੰਤੋ ਨੂੰ ਕਿ ਮੇਲੋ ਨੂੰ ਵਾਕਈ ਕੁਛ ਨਹੀਂ ਪਤਾ। ਦੇਵੀ ਦੀ ਸਹੁੰ, ਮੈਂ ਮਖੌਲ ਨਹੀਂ ਕਰਦੀ, ਮੈਂ ਝੂਠ ਆ ਕੇ ਕੀ ਲੈਣਾ ਹੈ। ਮੈਨੂੰ ਸਗੋਂ ਸੁਣ ਕੇ ਬੜਾ ਅਫਸੋਸ ਲੱਗਾ। ਮੇਲੋ, ਹੈ ਵੱਡਾ ਸਾਰਾ ਹੌਂਕਾ ਲੈ ਕੇ ਜ਼ਮੀਨ ਉੱਤੇ ਬੈਠ ਜਾਂਦੀ ਹੈ ਤੇ ਚੁੰਨੀ ਦੇ ਪੱਲੂ ਨਾਲ ਮੂੰਹ ਢੱਕ ਕੇ, ਹਾਏ ਹੁਣ ਸਾਰੀ ਸਮਝ ਆ ਗਈ ਏ। ਸਿਰ ਨੂੰ ਫੜ ਕੇ ਦੁੱਖ ਨਾਲ ਅੱਗੇ ਪਿੱਛੇ ਝੂਲਦੀ ਹੈ ਤੇ ਉੱਭੇ ਸਾਹ ਲੈ ਕੇ, ਮੇਰੀ ਕਿਸਮਤ ਸੜ ਗਈ, ਮੇਰੇ ਨਸੀਬ ਫੁੱਟ ਗਏ, ਮੈਂ ਕੀ ਕਰਾਂ। ਬਸੰਤੋ, ਤੂੰ ਹਮਦਰਦੀ ਦੇ ਨਾਲ ਮੇਲੋ ਨੂੰ ਬਾਂਹ ਪਾ ਕੇ, ਨਾ ਨਾ ਮੇਰੀ ਭੈਣ, ਏਦਾਂ ਨਹੀਂ ਰੋਈਦਾ, ਚੁੱਪ। ਮੇਲੋ, ਰੋਂਦੀ ਰੋਂਦੀ, ਮੈਨੂੰ ਛੱਡ ਦੇ, ਮੈਨੂੰ ਕੱਲੀ ਰਹਿਣਾ ਹੈ, ਰਹਿਣ ਦੇ। ਹਾਏ ਮੈਂ ਨਿੱਜ ਜੰਮਦੀ, ਮੈਂ ਕੀ ਕਰਾਂ, ਮਾਪੇ ਹੀ ਵੈਰੀ ਹੋ ਗਏ, ਮੈਂ ਮਰ ਜਾਵਾਂਗੀ, ਮੈਂ ਜਿਉ ਕੇ ਕੀ ਬਣਾਉਣਾ ਹੈ। ਬਸੰਤੋ, ਕਿਉਂ ਮਰਨ ਤੇਰੇ ਵੈਰੀ, ਸੁੱਖੀ ਸਾਂਦੀ, ਤੂੰ ਕਿਉਂ ਮਰੇ। ਹੁਣ ਬਸੰਤੋ ਆਪਣੀ ਸਹੇਲੀ ਨੂੰ ਸਹਾਰਾ ਦਿੰਦੀ ਹੈ। ਮੇਲੋ, ਮੈਂ ਫੀਮ ਖਾ ਲਵਾਂਗੀ, ਫਾਹ ਲੈ ਲਵਾਂਗੀ, ਖੂਹ ਵਿੱਚ ਛਾਲ ਮਾਰ ਦੇਵਾਂਗੀ। ਉਮਰ ਦੇ ਦੁੱਖ ਨਾਲੋਂ ਘੜੀ ਦਾ ਦੁੱਖ ਚੰਗਾ, ਤੂੰ ਜਾ ਮੈਨੂੰ ਕੱਲੀ ਰਹਿਣ ਦੇ। ਬਸੰਤੋ, ਧੀਰਜ ਕਰ ਮੇਲੋ, ਮੈਂ ਤੈਨੂੰ ਦੱਸਾਂ। ਮੇਲੋ, ਤੂੰ ਕੀ ਦੱਸਣਾ ਏ ਭੈਣ, ਜੋ ਲੇਖੀ ਲਿਖਿਆ ਏ ਹੋ ਕੇ ਰਹਿਣਾ ਏ। ਘੜੀਓਂ ਘੜੀ ਤੂੰ ਮੇਰੇ ਨਸੀਬ ਸੜ ਜਾਣੇ ਨੇ, ਘੜੀਓਂ ਘੜੀ ਨੂੰ ਮੇਰੇ ਨਸੀਬ ਸੜ ਜਾਣੇ ਨੇ। ਹੁਣ ਮੇਲੋ ਦਾ ਵੀ ਵਿਸ਼ਵਾਸ ਨਸੀਬ ਦੇ ਵਿੱਚ ਹੈਗਾ। ਬਸੰਤੋ, ਸੁਣ ਮੇਰੀ ਗੱਲ ਮੇਲੋ, ਉੱਠ ਤੂੰ ਨੱਸ ਜਾ ਆਪਣੀ ਮਾਸੀ ਦੇ ਪਿੰਡ ਨੂੰ, ਚੁੰਨੀ ਮੂੰਹ ਤੇ ਕਰ ਲੈ, ਕੋਈ ਨਹੀਂ ਜਾਣੇਗਾ। ਇਸੇ ਵੇਲੇ ਚਲੀ ਜਾ, ਪਿੱਛੋਂ ਸਭ ਵੇਖੀ ਜਾਏਗੀ, ਚਲੀ ਜਾ, ਨੱਸ ਜਾ ਛੇਤੀ। ਮੇਲੋ, ਨਹੀਂ ਇਹ ਨਹੀਂ ਹੋ ਸਕਦਾ, ਮੈਨੂੰ ਮਰ ਨਹੀਂ ਦੇ, ਤਦੇ ਮੇਰੀ ਖਲਾਸੀ ਹੋਊ। ਬਸੰਤੋ ਮੇਲੋ ਦੀ ਬਾਂਹ ਫੜ ਕੇ, ਮੇਲੋ ਉੱਠ, ਉਹਨੂੰ ਜ਼ੋਰ ਨਾਲ ਉਠਾਉਂਦੀ ਹੈ। ਮੇਲੋ, ਛੱਡ ਦੇ ਮੈਨੂੰ, ਮਰ ਨਹੀਂ ਦੇ। ਇੱਕ ਆਵਾਜ਼ ਬਾਹਰ ਸਟੇਜ ਤੋਂ ਪਰੇ ਇੱਕ ਆਵਾਜ਼ ਆਉਂਦੀ ਹੈ, ਮੇਲੋ ਦੀ ਮਾਂ। ਬਸੰਤੋ, ਮੇਲੋ ਉੱਠ, ਛੇਤੀ ਹੋ, ਵੇਲਾ ਨਾ ਗਵਾ। ਉਹਨੂੰ ਖਿੱਚਦੀ ਹੈ। ਮੇਲੋ ਹੌਂਕੇ ਲੈ ਕੇ, ਮੈਂ ਖੂਹ ਵਿੱਚ ਛਾਲ ਮਾਰ ਦਊਂ, ਮੈਂ ਨਹੀਂ। ਬਸੰਤੋ ਉਹਨੂੰ ਬਦੋ ਬਦੀ ਖਿੱਚ ਕੇ ਲੈ ਜਾਂਦੀ ਹੈ। ਹੁਣ ਬਸੰਤੋ ਆਪਣੀ ਸਹੇਲੀ ਲਈ ਚੰਗੇ ਵਿਚਾਰ ਰੱਖਦੀ ਹੈ ਤੇ ਉਹਦਾ ਭਲਾ ਚਾਹੁੰਦੀ ਹੈ, ਇਸੇ ਕਰਕੇ ਉਹਨੂੰ ਉੱਥੋਂ ਭੱਜ ਜਾਣ ਦੇ ਲਈ ਕਹਿੰਦੀ ਹੈ। ਬਾਹਰੋਂ ਮੇਲੋ ਦੀ ਆਵਾਜ਼ ਆਉਂਦੀ ਹੈ, ਮੈਂ ਮਰ ਜਾਵਾਂਗੀ। ਆਵਾਜ਼ ਬਾਹਰੋਂ ਸਟੇਜ ਦੇ ਕੋਲੋਂ।
ਮੇਲੋ ਦੀ ਮਾਂ ਹੁਸ਼ਿਆਰਚੰਦ ਆਉਂਦਾ ਹੈ। ਹੁਸ਼ਿਆਰਚੰਦ ਮੇਲੋ ਦੀ ਮਾਂ ਕੋਠੜੀ ਦੇ ਅੰਦਰ ਝਾਕਦਾ ਹੈ। ਮੇਲੋ ਦੀ ਮਾਂ ਬਾਹਰ ਚਲੀ ਗਈ ਹੋਣੀ ਏ। ਸਿਆਣਿਆਂ ਠੀਕ ਕਿਹਾ ਹੈ ਵੀ ਬੁੱਢੀਆਂ ਦੀ ਮੱਤ ਖੁਰੀ ਪਿੱਛੇ ਹੁੰਦੀ ਏ। 100 ਕੰਮ ਕਰਨ ਵਾਲੇ ਪਏ ਜੇ, ਉਹਨੂੰ ਛੱਡ ਕੇ ਜਾਣਾ ਨਹੀਂ ਚਾਹੀਦਾ ਸੀ, ਪਰ ਬੁੱਢੀਆਂ ਕੋਲੋਂ ਘਰ ਬੈਠ ਨਹੀਂ ਹੁੰਦਾ। ਜਦ ਤੀਕ 7 ਘਰ ਬਿੱਲੀ ਵਾਂਗ ਫਿਰ ਨਾ ਲੈਣ, ਇਹਨਾਂ ਨੂੰ ਚੈਨ ਨਹੀਂ ਆਉਂਦੀ। ਕੌਰਾਂ ਤੇ ਲਾਜੋ ਆਉਂਦੀਆਂ ਹਨ। ਲਾਜੋ ਨੱਚਦੀ ਟੱਪਦੀ ਗੁੱਡੀਆਂ ਕੋਲ ਜਾ ਬੈਠਦੀ ਹੈ। ਹੁਸ਼ਿਆਰਚੰਦ ਬਾਹਰ ਕਿਉਂ ਚਲੀ ਗਈ ਸੈਂ? ਤੂੰ ਕਦੀ ਮੇਰੇ ਆਖੇ ਵੀ ਲੱਗੇਂਗੀ ਕਿ ਨਹੀਂ? ਕੌਰਾਂ ਜ਼ਰਾ ਨੈਣ ਵੱਲ ਚੱਲੀ ਸੀ, ਰਾਹ ਵਿੱਚ ਕਰਮੋਂ ਦੀ ਮਾਂ ਮਿਲ ਪਈ। ਗੱਲਾਂ ਕਰਦਿਆਂ ਕਰਦਿਆਂ ਜ਼ਰਾ ਦੇਰ ਹੋ ਗਈ। ਹੁਸ਼ਿਆਰਚੰਦ ਬੁੱਢੀਆਂ ਗੱਲਾਂ ਨੂੰ ਨਹੀਂ ਛੱਡਦੀਆਂ ਤੇ ਨਾ ਗੱਲਾਂ ਬੁੱਢੀਆਂ ਨੂੰ ਛੱਡਦੀਆਂ ਨੇ। ਬੇਵਕੂਫ ਨਾਲ ਵਾਹ ਪੈਣਾ ਵੀ 95 ਦਾ ਘੱਟ ਆਏ। ਕੌਰਾਂ ਬਸ ਤੂੰ ਤਾਂ ਸਦਾ ਇਸੇ ਤਰ੍ਹਾਂ ਹੀ ਕਰਦਾ ਰਹਿਣਾ ਏ। ਅੱਛਾ ਹੁਣ ਮੈਨੂੰ ਜੰਝ ਵੱਲੋਂ ਦੱਸ ਕੁਝ। ਹੁਸ਼ਿਆਰਚੰਦ ਜੰਝ ਆ ਗਈ ਹੋਈ ਏ ਤੇ ਸਾਰਾ ਇੰਤਜ਼ਾਮ ਠੀਕ ਏ, ਬਸ ਦੂਜੇ ਘਰ ਟੁੱਕਣ ਹੀ ਵਾਲੇ ਨੇ। ਇਸ ਵੇਲੇ ਦੂਰੋਂ ਢੋਲ ਵਾਜਿਆਂ ਦੀ ਆਵਾਜ਼ ਆਉਂਦੀ ਹੈ। ਲੈ ਆ ਗਏ ਨਹੀਂ, ਬਸ ਹੁਣੇ ਸਾਨੂੰ ਸੱਦਾ ਆਇਆ ਕਿ ਆਇਆ। ਕੌਰਾਂ ਫਿਰ ਮੈਂ ਲਾਲ ਸਾਲੂ ਲੈ ਲਵਾਂ? ਸੰਦੂਕ ਚੋਂ ਲਾਲ ਸਾਲੂ ਕੱਢ ਕੇ ਉੱਤੇ ਲੈਂਦੀ ਹੈ। ਪਾਂਦਾ ਬਾਹਰੋਂ ਹੀ। ਇਹ ਮਹਾਰਾਜ ਛੇਤੀ ਕਰੋ, ਦੇਰੀ ਕਿਉਂ ਕਰਦੇ ਹੋ? ਹੁਸ਼ਿਆਰਚੰਦ ਦੇਰੀ ਕੋਈ ਨਹੀਂ ਪਾਂਦਾ ਜੀ, ਤੁਸੀਂ ਚੱਲੋ, ਅਸੀਂ ਆਏ ਤੁਹਾਡੇ ਮਗਰੇ ਮਗਰ। ਕੌਰਾਂ ਨੂੰ ਕੁੜੀ ਨੂੰ ਸੱਦ, ਉਹਨੂੰ ਨਵੇਂ ਕੱਪੜੇ ਪਾ ਕੇ ਛੇਤੀ ਕਰ। ਕੌਰਾਂ ਕੁੜੀ ਤਾਂ ਇੱਥੇ ਹੈ ਨਹੀਂ, ਅੰਦਰ ਹੋਣੀ ਏ। ਕੋਠੜੀ ਵੱਲ ਜਾ ਕੇ ਨੀ ਮੇਲੋ ਕੁੜੀਏ, ਲੁਕਦੀ ਕਿਉਂ ਫਿਰਦੀ ਏ? ਛੇਤੀ ਕਰ, ਇਹ ਵੇਲਾ ਸ਼ਰਮਾਉਣ ਦਾ ਨਹੀਂ, ਛੇਤੀ ਕਰ ਮੇਰੀ ਬੀਬੀ ਧੀ। ਹੁਸ਼ਿਆਰਚੰਦ ਕੁੜੀਏ ਤੂੰ ਕਿੱਥੇ ਪਈ ਹੋਈ ਏ? ਆਉਂਦੀ ਕਿਉਂ ਨਹੀਂ? ਛੇਤੀ ਕਰ। ਪਾਂਦਾ ਬਾਹਰੋਂ ਹੀ ਇਹ ਮਹਾਰਾਜ ਵੇਲਾ ਲੰਘਦਾ ਜਾ ਰਿਹਾ ਹੈ, ਤੁਹਾਨੂੰ ਸੱਦਦੇ ਨੇ। ਹੁਸ਼ਿਆਰਚੰਦ ਚਲੋ ਪਾਂਦਾ ਜੀ, ਅਸੀਂ ਆਏ ਹੁਣੇ ਹੀ, ਕੁੜੀ ਨੂੰ ਕੱਪੜੇ ਪਏ ਪਾਉਂਦੇ ਆ। ਕੌਰਾਂ ਨੂੰ ਬੋਲਦੀ ਨਹੀਂ, ਜਾਂ ਅੰਦਰ ਵੇਖ ਤੇ ਉਹਨੂੰ ਬਾਹਰ ਲਿਆ, ਭਲਾ ਇਹ ਕਿਹੜਾ ਵੇਲਾ ਹੋਇਆ ਸ਼ਰਮਾਉਣ ਦਾ। ਕੌਰਾਂ ਕੋਠੜੀ ਦੇ ਅੰਦਰ ਜਾਂਦੀ ਹੈ। ਨੀ ਮੇਲੋ ਆ ਜਾ ਬਾਹਰ ਮੇਰੀ ਬੀਬੀ ਧੀ, ਡਰਨੀ ਕਾਹਨੂੰ ਫਿਰਨੀ ਏ, ਆ ਜਾ ਮੇਲੋ ਨੀ ਮੇਲੋ। ਹੱਥ ਮਲਦੀ ਬਾਹਰ ਆਉਂਦੀ ਹੈ। ਕੁੜੀ ਤਾਂ ਇੱਥੇ ਹੈ ਨਹੀਂ, ਹੁਣ ਕੀ ਕਰਾਂਗੇ? ਹਾਏ ਹੁਣ ਕੀ ਕਰਾਂਗੇ? ਹੁਸ਼ਿਆਰਚੰਦ ਨਹੀਂ ਇੱਥੇ ਹੀ ਹੋਣੀ ਏ, ਆਵਾਜ਼ ਮਾਰ ਉਹਨੂੰ, ਆਵਾਜ਼ ਮਾਰ। ਕੌਰਾਂ ਮੇਲੋ ਨੀ ਮੇਲੋ, ਵੇਲੇ ਸਿਰ ਕਿੱਥੇ ਮਰ ਗਈ ਓ? ਹੁਸ਼ਿਆਰਚੰਦ ਵੀ ਇੱਧਰ ਉੱਧਰ ਵੇਖਦਾ ਏ ਤੇ ਨਾਲੇ ਆਵਾਜ਼ਾਂ ਮਾਰਦਾ ਹੈ। ਹਾਏ ਅਸੀਂ ਭੰਡੇ ਗਏ, ਕੁੜੀ ਤਾਂ ਇੱਥੇ ਹੈ ਨਹੀਂ, ਹੁਣ ਕੀ ਕਰਾਂਗੇ? ਭਾਵੇਂ ਕਿਤੇ ਨੱਠ ਗਈ ਏ। ਹਾਏ ਸਿਰ ਸਵਾਹ ਪੈ ਗਈ ਸਾਡੇ। ਹੁਸ਼ਿਆਰਚੰਦ ਮੈਂ ਜੋ ਤੈਨੂੰ ਆਖਿਆ ਸੀ ਵੀ ਘਰ ਛੱਡ ਕੇ ਨਾ ਜਾਈਂ, ਹੁਣ ਰੋ ਬੈਠ ਕੇ ਜਾਣਦਿਆਂ ਨੂੰ। ਕੌਰਾਂ ਨੀ ਕੁੜੀਏ ਲੋਕਾਂ ਵਿੱਚ ਬੜੀ ਭੰਡੀ ਹੋਊਗੀ, ਹੁਣ ਲਾਵਾਂ ਤੇ ਕਿਹਨੂੰ ਬਿਠਾਵਾਂਗੇ? ਹਾਏ ਮਰ ਜਾਵਾਂ, ਕੀ ਕਰਾਂ। ਪਾਂਦਾ ਬਾਹਰੋਂ ਇਹ ਮਹਾਰਾਜ ਮੈਂ 3 ਵਾਰੀ ਆਇਆ, ਤੁਸੀਂ ਆਉਂਦੇ ਕਿਉਂ ਨਹੀਂ? ਸ਼ੁਭ ਲੱਗਣ ਦੀਆਂ ਘੜੀਆਂ ਤਾਂ ਬੀਤਦੀਆਂ ਜਾਂਦੀਆਂ ਨੇ। ਦੂਜੇ ਬੰਨੇ ਦਾ ਪ੍ਰੋਹਤ ਨਾਰਾਜ਼ ਹੁੰਦਾ ਪਿਆ। ਹੁਸ਼ਿਆਰਚੰਦ ਟੁੱਟੀ ਹੋਈ ਆਵਾਜ਼ ਵਿੱਚ ਚਲੋ ਪਾਂਦਾ ਜੀ, ਆਵੇਂ ਕਰਦੇ ਆ। ਕੌਰਾਂ ਨੂੰ ਹੁਣ ਦੱਸ ਕੀ ਕਰਨਾ ਏ, ਹੁਣ ਵੇਲਾ ਕਿੱਦਾਂ ਪੂਰਨਾ ਏ? ਕੌਰਾਂ ਹਾਏ ਕੁੜੀ ਨਿੱਜ ਜੰਮਦੀ, ਮੈਂ ਕੀ ਦੱਸਾਂ, ਮੈਨੂੰ ਕੁਝ ਨਹੀਂ ਔੜਦੀ। ਹੁਸ਼ਿਆਰਚੰਦ ਛੇਤੀ ਕਰ, ਲਾਵਾਂ ਵਾਲੀ ਚੁੰਨੀ ਪਾ ਲਾਜੋ ਤੇ, ਨਹੀਂ ਤਾਂ ਰਹਿ ਨਹੀਂ ਆਉਂਦੀ। ਕੌਰਾਂ ਤ੍ਰਬਕ ਕੇ ਹੁਸ਼ਿਆਰਚੰਦ ਕੋਲੋਂ ਪਰੇ ਹਟ ਜਾਂਦੀ ਹੈ ਤੇ ਚੁੰਨੀ ਨੂੰ ਘੁੱਟ ਕੇ ਫੜ ਲੈਂਦੀ ਹੈ, ਕਿਉਂਕਿ ਹੁਸ਼ਿਆਰਚੰਦ ਚਾਹੁੰਦਾ ਹੈ ਕਿ ਲਾਜੋ ਦੇ ਉੱਤੇ ਉਹ ਲਾਵਾਂ ਵਾਲੀ ਚੁੰਨੀ ਪਾ ਦਿੱਤੀ ਜਾਵੇ, ਜਿਹਦੀ ਉਮਰ ਆਪਾਂ ਸ਼ੁਰੂ 'ਚ ਹੀ ਪੜ੍ਹ ਲਈ ਹੈ, 6 ਸਾਲ ਦੀ ਬੱਚੀ ਹੈ ਉਹ, ਅਤੇ ਇਸ ਕਰਕੇ ਕੌਰਾਂ ਤਬਕ ਜਾਂਦੀ ਹੈ। ਹਾਏ ਨਹੀਂ ਹਾਏ ਜ਼ੁਲਮ। ਹੁਸ਼ਿਆਰਚੰਦ ਜ਼ੁਲਮ ਦੀ ਲੱਗਦੀ ਨਾ ਹੋਵੇ। ਚੁੰਨੀ ਖੋਹ ਕੇ ਲਾਜੋ 'ਤੇ ਪਾਉਂਦਾ ਹੈ, ਉਹਨੂੰ ਗੁੱਡੀਆਂ ਨਾਲ ਖੇਡਦੀ ਨੂੰ ਚੁੱਕ ਕੇ ਲੈ ਜਾਂਦਾ ਹੈ। ਕੌਰਾਂ ਪਿੱਛੇ ਕੁਰਲਾਉਂਦੀ ਤੇ ਦੁਹੱਥੜਾ ਮਾਰਦੀ ਹੈ। ਹਾਏ ਵੇ ਜ਼ੁਲਮ ਹੋ ਗਿਆ। ਹੁਣ ਜੋ ਕੌਰਾਂ ਹੈ ਉਹ ਆਪਣੇ
ਬੱਚਿਆਂ ਦੇ ਨਾਲ ਪਿਆਰ ਕਰਦੀ ਹੈ, ਆਪਣੀਆਂ ਧੀਆਂ ਦੇ ਨਾਲ ਪਿਆਰ ਕਰਦੀ ਹੈ। ਪਰ ਹੁਸ਼ਿਆਰਚੰਦ ਦਾ ਕੋਈ ਵੀ ਵਾਤਸਲ ਪਿਆਰ ਉਹਦੇ ਅੰਦਰ ਆਪਣੀਆਂ ਧੀਆਂ ਦੇ ਲਈ ਨਹੀਂ ਹੈ, ਅਤੇ ਕੌਰਾਂ ਬਿਲਕਦੀ ਰਹਿ ਜਾਂਦੀ ਹੈ। ਲਾਜੋ ਪਿਓ ਦੇ ਕੁੱਛੜੋਂ ਉਤਰਨ ਲਈ ਲੱਤਾਂ ਬਾਹਾਂ ਮਾਰਦੀ ਹੈ। ਮੇਰੀਆਂ ਗੁੱਡੀਆਂ, ਹਾਏ ਮੇਰੀਆਂ ਗੁੱਡੀਆਂ, ਮੈਨੂੰ ਗੁੱਡੀਆਂ ਨਾਲ ਖੇਡਣ ਦਿਓ। ਸਭ ਜਾਂਦੇ ਹਨ, ਪੜਦਾ ਡਿੱਗਦਾ ਹੈ। ਬੱਚਿਓ, ਇਹ ਸੀ ਇਕਾਂਗੀ ਦੁਲਹਨ, ਜਿਹਨੂੰ ਸੁਹਾਗ ਦੇ ਨਾਮ ਨਾਲ ਵੀ ਅਸੀਂ ਜਾਣਦੇ ਹਾਂ, ਅਤੇ ਅੰਤ ਇਹਦਾ ਦੁਖਾਂਤਕ ਹੋ ਨਿਬੜਦਾ। ਇਹਦੇ ਨਾਲ ਇਕਾਂਗੀਕਾਰ ਆਈ.ਸੀ. ਨੰਦਾ ਜੀ ਨੇ ਸਮਾਜ ਦੇ ਵਿੱਚ ਬੇਜੋੜ ਵਿਆਹਾਂ ਦੀ ਸਮੱਸਿਆ ਨੂੰ ਸਾਡੇ ਸਾਹਮਣੇ ਰੱਖਿਆ ਹੈ, ਅਤੇ ਇਹ ਆਸ ਕੀਤੀ ਹੈ ਕਿ ਇਹੋ ਜਿਹੀਆਂ ਸਮੱਸਿਆਵਾਂ ਨੂੰ ਆਉਣ ਵਾਲੀ ਪੀੜ੍ਹੀ ਦੇ ਨੌਜਵਾਨ ਸਮਝਣ ਅਤੇ ਇਹਨਾਂ ਤੋਂ ਇਸ ਸਮਾਜ ਨੂੰ ਬਚਾ ਸਕਣ।